ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਚਰਚਾ ਦੇ ਵਿੱਚ ਸਵਾਗਤ ਤੁਹਾਡਾ ਸਾਰਿਆਂ ਦਾ। ਪੰਜਾਬ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਇਹ ਚਰਚਾ ਚੱਲਦੀ ਪਈ ਹੈ ਕਿ ਨਵਾਂ ਬਜਟ ਆਉਣ ਵਾਲਾ ਹੈ, ਕਿਉਂਕਿ ਸੈਂਟਰ ਗਵਰਨਮੈਂਟ BJP ਦੀ ਹੈ ਔਰ ਇਹ ਲਾਸਟ ਬਜਟ ਹੋਏਗਾ, ਕਿਉਂਕਿ 2024 ਦੇ ਵਿੱਚ ਇਲੈਕਸ਼ਨਸ ਹੋਣੀਆਂ ਨੇ ਲੋਕ ਸਭਾ ਦੀਆਂ, ਸੈਂਟਰ ਦੀਆਂ। ਫਿਰ ਉਸ ਤੋਂ ਬਾਅਦ ਜੋ ਨਵੀਂ ਪਾਰਟੀ ਰੂਲਿੰਗ ਪਾਰਟੀ ਬਣੇਗੀ ਉਹ ਨਵਾਂ ਬਜਟ ਲੈ ਕੇ ਆਏਗੀ। ਇਸ ਵਾਰ ਬਜਟ ਦੇ ਵਿੱਚ ਕੀ ਕੁਝ ਅਟਰੈਕਸ਼ਨਸ ਰਹਿਣਗੀਆਂ, ਲੋਕਾਂ ਨੂੰ ਕਿੱਦਾਂ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਨ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਆਪਣੇ ਇਸ ਲਾਸਟ ਬਜਟ ਦੇ ਵਿੱਚ, ਤਾਂ ਕਿ ਸੰਨ 2024 ਦੇ ਵਿੱਚ ਫਿਰ ਤੋਂ ਲੋਕ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਉਣ, ਫਿਰ ਤੋਂ ਸੱਤਾ 'ਚ ਲੈ ਕੇ ਆਉਣ, ਕਿ ਇਹ ਉਹਨਾਂ ਦੀ ਸੋਚ ਹੈ, ਸਟ੍ਰੈਟਜੀ ਦਾ ਹਿੱਸਾ ਹੈ। ਸੋ ਇਹ ਬਜਟ ਵੀ ਉਹਨਾਂ ਦੀ ਸਟ੍ਰੈਟਜੀ ਦਾ ਹਿੱਸਾ ਹੈ। ਉਸ ਦੇ ਨਾਲ ਉਹ ਹਰ ਥਾਂ ਦੇ ਉੱਤੇ, ਹਰ ਸਟੇਟ ਦੇ ਵਿੱਚ ਵੀ ਜਾ ਰਹੇ ਨੇ ਔਰ ਹਰ ਥਾਂ ਦੇ ਉੱਤੇ ਬਾਰੀਕੀ ਦੇ ਨਾਲ ਨਿਰੀਖਣ ਪਰੀਖਣ ਕਰਦੇ ਪਏ ਨੇ ਕਿ ਕਿਸ ਤਰ੍ਹਾਂ ਪਾਰਟੀ ਨੂੰ ਤਿਆਰ ਕੀਤਾ ਜਾਵੇ, ਲੋਕਾਂ ਤੱਕ ਪਹੁੰਚ ਕੀਤੀ ਜਾਵੇ, ਪਾਰਟੀ ਦੀ ਸੋਚ ਲੋਕਾਂ ਤੱਕ ਪਹੁੰਚਾਈ ਜਾਵੇ, ਤਾਂ ਕਿ 2024 ਦੀਆਂ ਇਲੈਕਸ਼ਨਸ ਬਾਰੇ ਪੂਰੀ ਤਿਆਰੀ ਕੀਤੀ ਜਾਵੇ। ਵੋਲੰਟੀਅਰਸ ਲੱਗੇ ਹੋਏ ਨੇ ਔਰ ਦਿੱਲੀ ਦੇ ਵਿੱਚ ਵੀ ਲਗਾਤਾਰ ਮੀਟਿੰਗਸ ਚੱਲਦੀਆਂ ਪਈਆਂ ਨੇ, ਹੈੱਡਕੁਆਰਟਰਸ ਜੋ ਹੈ ਭਾਰਤੀ ਜਨਤਾ ਪਾਰਟੀ ਦਾ। ਸੋ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਬਜਟ ਵੀ ਇਸ ਵਾਰ ਜੋ ਆਏਗਾ ਚੈਲੰਜਿੰਗ ਵੀ ਹੋਏਗਾ ਔਰ ਇਹਦੇ ਵਿੱਚ ਆਮ ਲੋਕਾਂ ਵਾਸਤੇ ਕੀ ਫੈਸਿਲਿਟੀ ਹੋਣੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਏਗੀ, ਕਿਉਂਕਿ ਆਮ ਲੋਕਾਂ ਦੀ ਗਿਣਤੀ ਜ਼ਿਆਦਾ ਹੈ। ਜਦੋਂ ਤੱਕ ਉਹਨਾਂ ਦੀਆਂ ਵੋਟਾਂ ਨਹੀਂ ਪੈਣਗੀਆਂ ਸੱਤਾ 'ਚ ਆਉਣਾ ਮੁਮਕਿਨ ਨਹੀਂ ਹੁੰਦਾ। ਇਸ ਕਰਕੇ ਆਮ ਲੋਕਾਂ ਨੂੰ ਕਿੱਦਾਂ ਆਕਰਸ਼ਿਤ ਕਰਨ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਇਸ ਨਵੇਂ ਬਜਟ ਦੇ ਵਿੱਚ। ਸੋ ਇਹ ਸਭ ਗੱਲਾਂ ਅਸੀਂ ਕਰਨ ਜਾ ਰਹੇ ਹਾਂ ਡਿਸਕਸ ਆਪਣੇ ਮਾਹਿਰ ਨਾਲ, ਜੋ ਸਟੂਡੀਓਜ਼ ਦੇ ਵਿੱਚ ਮੌਜੂਦ ਨੇ, ਡਾਕਟਰ ਰਾਜੀਵ ਖੋਸਲਾ। ਵੈਲਕਮ ਟੂ ਦ ਸ਼ੋ ਰਾਜੀਵ ਜੀ, ਪੰਜਾਬ ਚਰਚਾ। ਥੈਂਕ ਯੂ ਜੀ ਖੰਨਾ ਸਾਹਿਬ, ਬਹੁਤ ਬਹੁਤ ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਦੇਣ ਦੇ ਲਈ। ਸੋ ਸਭ ਬਹੁਤ ਖੁਸ਼ ਨੇ ਕਿਉਂਕਿ ਰਾਜੀਵ ਜੀ ਅੱਜ ਦੱਸਣਗੇ ਕਿ ਖੁੱਲ੍ਹੇ ਗੱਫੇ ਮਿਲਣ ਵਾਲੇ ਨੇ ਪੂਰੇ ਭਾਰਤ ਦੀ ਜਨਤਾ ਨੂੰ। ਸੋ ਦੇਖੋ ਕੀ ਕੁਝ ਮਿਲਦਾ ਹੈ। ਸੋ ਹਰੇਕ ਦਾ ਇਹ ਨਜ਼ਰੀਆ ਬਣਿਆ ਹੋਇਆ ਕਿ ਇਹ ਸੰਨ 2024 ਦਾ ਜਿਹੜਾ ਲਾਸਟ ਬਜਟ ਹੈ ਗਵਰਨਮੈਂਟ ਦਾ ਇਸ ਵਾਰ, ਕਿਉਂਕਿ ਹੁਣ ਨੈਕਸਟ ਈਅਰ ਤਾਂ ਇਲੈਕਸ਼ਨਸ ਹੋਣੀਆਂ ਨੇ, ਇਹ ਲਾਸਟ ਬਜਟ ਦੇ ਵਿੱਚ ਕੀ ਖੂਬੀ ਕੀ ਕਮਾਲ ਹੋਣ ਜਾ ਰਿਹਾ ਹੈ, ਕੁਝ ਇਹਦੇ ਬਾਰੇ ਅੰਦਾਜ਼ੇ ਲਗਾਏ ਜਾ ਰਹੇ ਨੇ, ਕੁਝ ਪ੍ਰੈਡਿਕਸ਼ਨਸ ਹੋ ਸਕਦੀਆਂ ਨੇ ਰਾਜੀਵ ਜੀ। ਖੰਨਾ ਸਾਹਿਬ ਤੁਸੀਂ ਬਿਲਕੁਲ ਦਰੁਸਤ ਗੱਲ ਕਹੀ ਹੈ ਬਈ ਇਹ ਪ੍ਰੈਜ਼ੈਂਟ ਗਵਰਨਮੈਂਟ ਜਿਹੜੀ ਇਸ ਵੇਲੇ BJP NDA ਦੀ ਸਰਕਾਰ ਹੈ ਕੇਂਦਰ ਦੇ ਵਿੱਚ, ਉਹਦਾ ਆਖਰੀ ਬਜਟ ਹੈ। ਪਰ ਜੇ ਆਪਾਂ ਪਿਛਲੇ 2-3 ਸਾਲਾਂ ਦੇ ਵਿੱਚ ਦੇਖੀਏ ਕਰੋਨਾ ਤੋਂ ਬਾਅਦ, ਤਾਂ ਇਹ ਪਹਿਲਾ ਅਜਿਹਾ ਬਜਟ ਹੈ 2020 ਤੋਂ ਬਾਅਦ ਜਿਹੜਾ ਫੁੱਲ ਬਜਟ ਹੋਏਗਾ। 2021 ਦਾ ਬਜਟ ਜਾਂ 2022 ਦਾ ਬਜਟ ਜਿਹੜੇ ਸਨ ਉਹ ਪੂਰੇ ਤਰੀਕੇ ਦੇ ਨਾਲ ਆਪਣੀ ਗਤੀ ਦੇ ਵਿੱਚ ਨਹੀਂ ਸੀ ਪੇਸ਼ ਕੀਤੇ ਗਏ। ਕਾਰਨ ਇਹ ਸੀ ਵੀ 2020 ਦੇ ਵਿੱਚ ਤਾਂ ਬਜਟ ਤਾਂ ਆ ਗਿਆ, ਲੇਕਿਨ 2020 ਦੇ ਕਰਕੇ ਕਰੋਨਾ ਦੀ ਮਾਰ ਪਈ ਤੇ ਜਿੰਨੇ ਵੀ ਬਜਟ ਐਸਟੀਮੇਟ ਸਨ ਉਹ ਉਸ ਵੇਲੇ ਜ਼ਿਆਦਾਤਰ ਖਰਾਬ ਹੋ ਗਏ। ਬਜਟ ਤੋਂ ਬਾਹਰ ਸਰਕਾਰ ਨੂੰ ਖਰਚਾ ਕਰਨਾ ਪਿਆ ਔਰ ਇਹ ਸਿਰਫ ਸਾਡੀ ਸਰਕਾਰ ਨੂੰ ਨਹੀਂ, ਦੁਨੀਆ ਭਰ ਦੀਆਂ ਸਰਕਾਰਾਂ ਨੂੰ ਇਹ ਕੰਮ ਕਰਨਾ ਪਿਆ। 2022 ਵਾਲਾ ਬਜਟ ਸੀ ਉਹ ਵੀ ਵੱਡੇ ਤੌਰ ਦੇ ਉੱਤੇ ਇਸੇ ਤਰੀਕੇ ਦੇ ਨਾਲ ਉਹ ਬਜਟ ਵੀ ਜਿਹੜਾ ਸੀ ਪ੍ਰੋਪਰ ਨਹੀਂ ਸੀਗਾ, ਪੂਰੇ ਤਰੀਕੇ ਦੇ ਨਾਲ ਪੇਸ਼ ਨਹੀਂ ਹੋਇਆ, ਕਿਉਂਕਿ ਅਲੱਗ-ਅਲੱਗ ਵੇਵਸ ਆਉਂਦੀਆਂ ਰਹੀਆਂ, ਸੈਕੰਡ ਵੇਵ ਆਫ ਕਰੋਨਾ, ਥਰਡ ਵੇਵ ਆਫ ਕਰੋਨਾ, ਇਦਾਂ ਕਰਕੇ। ਹੁਣ ਜਿਹੜਾ ਬਜਟ ਹੈ 2022 ਦਾ ਜਿਹੜਾ ਬਜਟ ਸੀਗਾ 1 ਫਰਵਰੀ ਨੂੰ ਪੇਸ਼ ਹੋਇਆ, 24 ਤਰੀਕ ਨੂੰ ਲੜਾਈ ਲੱਗ ਗਈ ਰੂਸ ਤੇ ਯੂਕਰੇਨ ਦੀ। ਤਾਂ ਹੁਣ ਜਿਹੜਾ ਬਜਟ ਆ ਰਿਹਾ 2023 ਵਾਲਾ ਜਿਹੜਾ ਬਜਟ 1 ਫਰਵਰੀ ਨੂੰ ਪੇਸ਼ ਹੋਣਾ, ਇਹ ਆਫਟਰ 2-3 ਇਅਰਸ ਇਹ ਇੱਕ ਫੁੱਲ ਫਲੈਜਡ ਬਜਟ ਆਏਗਾ ਜਿਹੜਾ ਵਿੱਤ ਮੰਤਰੀ ਪੇਸ਼ ਕਰਨ ਲੱਗੇ ਨੇ। ਤਾਂ ਅਸੀਂ ਦੇਖਿਆ ਵੀ ਜਿਹੜਾ ਪੁਰਾਣੇ ਬਜਟ ਆਏ ਆ ਉਹਨਾਂ 'ਚ 20.97 ਲੱਖ ਕਰੋੜ ਦਾ ਪ੍ਰਧਾਨ ਮੰਤਰੀ ਜੀ ਨੇ ਔਰ ਵਿੱਤ ਮੰਤਰੀ ਨੇ ਜਿਹੜਾ ਪੈਕੇਜ ਦਿੱਤਾ ਸੀ। ਉਸ ਤੋਂ ਇਲਾਵਾ ਜਿਹੜੀਆਂ ਮੋਰੇਟੋਰੀਅਮ ਦਿੱਤੇ ਗਏ ਸੀ ਉਸੇ ਟਾਈਮ ਦੌਰਾਨ ਮੁਲਤਵੀ ਕਰਤੀਆਂ ਸੀਗੀਆਂ ਕਿਸ਼ਤਾਂ ਜਿਹੜੀਆਂ ਲੋਕਾਂ ਦੀਆਂ ਵਿਆਜ ਦੀਆਂ, ਅਦਾਇਗੀ ਦੀਆਂ। ਤਾਂ ਉੱਥੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂ ਜਿਹੜੀ ਗੱਲ ਕਹਿ ਰਿਹਾ ਵੀ ਬਜਟ ਆਪਣੇ ਪੂਰੇ ਰੂਪ ਦੇ ਵਿੱਚ ਪੇਸ਼ ਨਹੀਂ ਸੀ ਹੋ ਸਕੇ। ਤਾਂ ਭਾਵੇਂ ਸਰਕਾਰ ਦਾ ਆਖਰੀ ਬਜਟ ਹੈ, ਪਰ ਦੂਜੇ ਪੱਖੋਂ ਇਹ ਪਹਿਲਾ ਬਜਟ ਵੀ ਹੈ ਜਿਹੜਾ ਕਰੋਨਾ ਤੋਂ ਬਾਅਦ, ਕਰੋਨਾ ਤੋਂ ਮੁਕਤੀ ਮਿਲਣ ਤੋਂ ਬਾਅਦ ਪੇਸ਼ ਹੋਣ ਜਾ ਰਿਹਾ। ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਵੀ ਕਿਆ ਇਹ ਲੋਕ ਪੱਖੀ ਬਜਟ ਬਣਦਾ ਹੈ ਜਾਂ ਅੰਮ੍ਰਿਤਕਾਲ ਦੀ ਪਰਿਭਾਸ਼ਾ ਜਿਹੜੀ ਹੈ ਉਹਦਾ ਹੀ ਵਰਣਨ ਮੁੜ ਕੇ ਇਸ ਬਜਟ ਦੇ ਵਿੱਚੋਂ ਸਾਨੂੰ ਦੇਖਣ ਨੂੰ ਮਿਲਦਾ। ਅੰਮ੍ਰਿਤਕਾਲ ਦੀ ਪਰਿਭਾਸ਼ਾ ਕਿਆ ਗੱਲਾਂ ਜਿਹੜੀਆਂ ਨੇ ਅੰਮ੍ਰਿਤਕਾਲ ਦੀਆਂ ਹੀ ਹੋਣਗੀਆਂ ਵੀ 2047 ਦੇ ਵਿੱਚ ਆ ਮਿਲੇਗਾ, 2030 ਦੇ ਵਿੱਚ 5 ਟ੍ਰਿਲੀਅਨ ਦੀ ਇਕਨੋਮੀ ਬਣੇਗੀ, 2047 ਤੱਕ ਸਾਰੇ ਬੰਦੇ ਇੰਸ਼ੋਰੈਂਸ ਦੇ ਕਵਰ ਦੇ ਵਿੱਚ ਆ ਜਾਣਗੇ। ਕਿਆ
ਇਦਾਂ ਦੀਆਂ ਜਿਹੜੀਆਂ ਫਿਊਚਰਿਸਟਿਕ ਗੱਲਾਂ ਨੇ, ਆਗਾਮੀ ਜਿਹਦੇ ਬਾਰੇ ਹਜੇ ਨਹੀਂ ਪਤਾ, ਕਿਆ ਉਦਾਂ ਦੀਆਂ ਗੱਲਾਂ ਹੀ ਹੋਣਗੀਆਂ ਜਾਂ ਲੋਕਾਂ ਨੂੰ ਹੁਣ ਜਿਹੜੇ ਕਈ ਤਰੀਕੇ ਦੀ ਕਈ ਪ੍ਰਭਾਵਾਂ ਦੇ ਵਿੱਚ ਨੇ। ਕਿਉਂਕਿ ਦੇਖੋ ਖੰਨਾ ਸਾਹਿਬ, ਕਰੋਨਾ ਨੇ ਜਿੱਥੇ ਵੱਡੇ ਤੌਰ ਦੇ ਉੱਤੇ ਬੇਰੁਜ਼ਗਾਰੀ ਤੇ ਗਰੀਬੀ ਵਧਾਈ ਹੈ ਹਿੰਦੁਸਤਾਨ ਦੇ ਵਿੱਚ, ਉੱਥੇ ਹੀ ਜਿਹੜੀ ਰੂਸ ਤੇ ਯੂਕਰੇਨ ਦੀ ਜਿਹੜੀ ਜੰਗ ਹੈ ਨਾ, ਉਹ ਮਹਿੰਗਾਈ ਤੇ ਅਸਮਾਨਤਾ ਲੈ ਕੇ ਆਈ ਹੈ। ਪਿਛਲੇ ਜਦੋਂ ਅਸੀਂ 3 ਸਾਲਾਂ ਨੂੰ ਜਦੋਂ ਅਸੀਂ ਇਹਨੂੰ ਵਿਸ਼ਲੇਸ਼ਣ ਕਰਕੇ ਦੇਖਦੇ ਹਾਂ, ਸਾਡੇ ਸਾਹਮਣੇ ਇਹ ਚੀਜ਼ਾਂ ਨਜ਼ਰ ਆਉਂਦੀਆਂ। ਤਾਂ ਕਿਆ ਇਹਨਾਂ ਦੇ ਪ੍ਰਭਾਵ ਜਿਹੜੇ ਨੇ ਉਹਨਾਂ ਨੂੰ ਘਟਾਉਣ ਵੱਲ ਨੂੰ ਬਜਟ ਜਿਹੜਾ ਨਿਰਦੇਸ਼ਿਤ ਹੋਏਗਾ, ਜਾਂ ਬਜਟ ਦੇ ਵਿੱਚ ਮੈਂ ਦੱਸਿਆ ਵੀ ਅੰਮ੍ਰਿਤ ਕਾਲ ਤੇ ਬੀਮਾ ਜਿਹੜਾ ਹੈ ਉਹਦੀਆਂ ਹੀ ਪਰਿਭਾਸ਼ਾਵਾਂ ਜਿਹੜੀਆਂ ਉਹਨਾਂ ਦਾ ਗਠਨ ਹੋਏਗਾ। ਸੋ ਰਾਜੀਵ ਜੀ, ਅੰਮ੍ਰਿਤ ਕਾਲ ਤੁਸੀਂ ਬਹੁਤ ਖੂਬਸੂਰਤ ਸ਼ਬਦ ਦਾ ਇਸਤੇਮਾਲ ਕੀਤਾ, ਮਜ਼ੇਦਾਰ ਸ਼ਬਦ ਵੀ ਹੈ। ਸੋ ਇੱਕ ਮਜ਼ੇਦਾਰ ਗੱਲ ਹੋਰ ਵੀ ਹੈ ਕਿ ਇੱਕ ਢਾਬੇ ਵਾਲੇ ਕੋਲੋਂ ਪੁੱਛਿਆ ਗਿਆ ਤੁਸੀਂ ਦਾਲ ਕਦੋਂ ਬਣਾਈ ਸੀ? ਕਹਿੰਦਾ 25 ਸਾਲ ਪਹਿਲਾਂ। ਕਹਿੰਦਾ ਉਹ ਕਿਵੇਂ? ਕਹਿੰਦਾ ਜਿਹੜੀ ਕੱਲ ਦੀ ਬਚਦੀ ਹੈ ਨਾ, ਉਹ ਫਿਰ ਜਿਹੜੀ ਨਵੀਂ ਬਣਾਈ ਦੀ ਹੈ ਅੱਜ ਦੀ, ਉਹਦੇ 'ਚ ਮਿਕਸ ਕਰ ਦਿੰਦੇ ਆ। ਤਾਂ ਪਤਾ ਨਹੀਂ ਹੁਣ ਇਹ ਕਦੋਂ ਤੋਂ ਚੱਲਦੀ ਪਈ ਹੈ, 25 ਸਾਲ ਤੋਂ ਹੀ ਚੱਲਦੀ ਪਈ ਹੈ। ਸੋ ਲਾਈਕਵਾਈਜ਼ ਜਦੋਂ ਭਾਰਤ ਆਜ਼ਾਦ ਹੋਇਆ 1947 ਦੇ ਵਿੱਚ, ਉਦੋਂ ਵੀ ਬਜਟ ਬਣਿਆ। ਸੋ ਪੁਰਾਣੇ ਬਜਟ ਦਾ ਨਵੇਂ ਬਜਟ ਦੇ ਉੱਤੇ ਅਸਰ ਪੈਣਾ ਲਾਜ਼ਮੀ ਹੈ, ਕਿਉਂਕਿ ਇਹ ਦੇਸ਼ ਦੀ ਬੈਲੈਂਸ ਸ਼ੀਟ ਹੈ, ਪ੍ਰੋਫਿਟ ਲਾਸ ਸਾਰੀ ਸਟੇਟਮੈਂਟ ਆਉਂਦੀ ਹੈ ਕਿ ਸਾਡੇ ਕੋਲ ਜੇਬ ਦੇ ਵਿੱਚ ਕਿੰਨੇ ਪੈਸੇ ਨੇ ਇਸ ਵਕਤ, ਅੱਗੇ ਕੀ ਪਲੈਨਿੰਗਸ ਹੋ ਸਕਦੀਆਂ ਨੇ, ਕਿੱਥੋਂ ਕਿੱਥੋਂ ਉਧਾਰ ਲਿੱਤੇ ਨੇ, ਕਿੰਨੇ ਕਰਜ਼ੇ ਚੜੇ ਨੇ, ਤਮਾਮ ਗੱਲਾਂ ਬੈਲੈਂਸ ਸ਼ੀਟ ਤਿਆਰ ਹੁੰਦੀ ਹੈ। ਸੋ ਪਿਛਲੇ ਸਾਰੇ ਬਜਟਸ ਜਿਹੜੇ ਨੇ ਉਹਨਾਂ ਦਾ ਇਸ ਬਜਟ ਦੇ ਉੱਤੇ ਜਿਹੜਾ ਨਵਾਂ ਆ ਰਿਹਾ ਕੀ ਅਸਰ ਪੈਣਾ, ਤੇ ਪ੍ਰਕਿਰਿਆ ਤੋਂ ਕਾਫੀ ਦੇਰ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ, ਤਕਰੀਬਨ 5-6 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਬਜਟ ਪੇਸ਼ ਹੋਣ ਤੋਂ। ਹਾਲਾਂਕਿ ਪ੍ਰਕਿਰਿਆ ਤੋਂ ਬਹੁਤ ਪੁਰਾਣੀ ਚੱਲਦੀ ਰਹਿੰਦੀ ਹੈ, ਉਹ ਦਾਲ ਵਾਲਾ ਹੀ ਹਿਸਾਬ ਹੈ, ਪੁਰਾਣੀ ਤੋਂ ਪੁਰਾਣੀ ਦਾਲ ਮਿਕਸ ਹੁੰਦੀ ਹੈ ਤਾਂ ਪੁਰਾਣੀ ਤੋਂ ਪੁਰਾਣੀ ਜਿਹੜੀ ਪ੍ਰਕਿਰਿਆ ਉਹ ਚੱਲਦੀ ਰਹਿੰਦੀ ਹੈ। ਸੋ ਜੋ ਮੌਜੂਦਾ ਬਜਟ ਆਉਣ ਵਾਲਾ ਹੈ, ਇਹ ਪੁਰਾਣੀ ਪ੍ਰਕਿਰਿਆ ਦਾ ਇਹਦੇ ਉੱਤੇ ਕੀ ਅਸਰ ਪਏਗਾ, ਪੁਰਾਣੇ ਬਜਟਸ ਦਾ ਇਹਦੇ ਉੱਤੇ ਕੀ ਅਸਰ ਪਏਗਾ? ਬੜਾ ਤੁਸੀਂ ਖੰਨਾ ਸਾਹਿਬ ਬਹੁਤ ਤਫਸੀਲ ਦੇ ਨਾਲ ਸਮਝਾਈ ਇਹ ਗੱਲ। ਦੇਖੋ ਫਰਕ ਤਾਂ ਪੈਂਦਾ, ਜੋ ਸਰਕਾਰਾਂ ਪਿਛਲੇ ਸਮੇਂ ਦੇ ਵਿੱਚ ਘਾਟੇ ਦੇ ਵਿੱਚ ਜਾਂਦੀਆਂ ਨੇ, ਉਸ ਘਾਟੇ ਨੂੰ ਮੰਨ ਲਓ ਜੇ ਆਪਾਂ ਬੀਜੇਪੀ ਦੀ ਸਰਕਾਰ ਦੀ ਗੱਲ ਕਰੀਏ ਤਾਂ ਮੁੱਢਲੇ ਤੌਰ ਤੇ 2014 ਤੋਂ ਲੈ ਕੇ ਹੁਣ ਤੱਕ ਮੈਂ ਕਈ ਕਾਂਗਰਸ ਦੇ ਲੀਡਰਾਂ ਦਾ ਬਿਆਨ ਵੀ ਦੇਖ ਰਿਹਾ ਸੀ, ਔਰ ਪਿਛਲੇ ਜਿਹੜੇ ਬਜਟ ਦੇ ਦਸਤਾਵੇਜ਼ ਨੇ ਉਹ ਵੀ ਦੇਖੇ। ਸਰਕਾਰ ਨੇ ਤਕਰੀਬਨ 100 ਲੱਖ ਕਰੋੜ ਰੁਪਈਆ ਜਿਹੜਾ ਹੈ ਉਹ ਕਰਜ਼ੇ ਲਿੱਤੇ ਨੇ। ਚੰਗੀ ਗੱਲ ਇਹ ਹੈ ਵੀ ਇਹ ਕਰਜ਼ੇ ਹਿੰਦੁਸਤਾਨ ਦੇ ਬੈਂਕਾਂ ਤੋਂ ਜ਼ਿਆਦਾਤਰ ਲਿੱਤੇ ਗਏ ਨੇ, ਇਸ ਕਰਕੇ ਸਾਨੂੰ ਖਤਰਾ ਤਾਂ ਨਹੀਂ ਹੈ ਕਿਸੇ ਤਰੀਕੇ ਦਾ। ਇਹ ਨਹੀਂ ਹੈ ਕਿ ਸਾਡੇ ਉੱਤੇ ਪਾਕਿਸਤਾਨ ਜਾਂ ਭੂਟਾਨ ਜਾਂ ਨੇਪਾਲ ਵਰਗਾ ਖਤਰਾ ਕਿਤੇ ਸਾਹਮਣੇ ਮੰਡਰਾ ਰਿਹਾ, ਉਹ ਤਾਂ ਨਹੀਂ ਹੈ। ਲੇਕਿਨ ਸਰਕਾਰ ਦੇ ਉੱਤੇ ਕਰਜ਼ਿਆਂ ਦੀ ਪੰਡ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ, ਉਹ ਜ਼ਰੂਰ ਇੱਕ ਚਰਚਾ ਦਾ ਵਿਸ਼ਾ ਹੈ। ਤਾਂ ਉਹਨਾਂ ਦਾ ਜਿਹੜਾ ਸਿੱਧਾ ਜਾਂ ਅਸਿੱਧੇ ਤੌਰ ਦੇ ਉੱਤੇ ਇੰਪੈਕਟ ਤਾਂ ਇਸ ਬਜਟ ਤੇ ਵੀ ਦੇਖਣ ਨੂੰ ਮਿਲੇਗਾ। ਜਿੰਨਾ ਦੇਖੋ ਜਿਹੜੇ 2014 ਦੇ ਵਿੱਚ ਖੰਨਾ ਸਾਹਿਬ ਜਿਹੜੇ ਕਰਜ਼ੇ ਲਿੱਤੇ ਸੀ, ਕਿਉਂਕਿ ਸਰਕਾਰ ਜਿਹੜੀ ਹੁੰਦੀ ਹੈ ਕਰਜ਼ੇ 10 ਸਾਲ ਤੋਂ ਸ਼ੁਰੂ ਕਰਦੀ, 10 ਸਾਲ ਤੱਕ ਦੇ ਹੁੰਦੇ ਨੇ ਜਿਹੜੇ ਨਾਰਮਲੀ ਜਿਹੜੇ ਅਸੀਂ ਕਰਜ਼ੇ ਦੇਖਦੇ ਹਾਂ, ਤਾਂ ਉਹ 10 ਸਾਲ ਹੁਣ ਪੂਰੇ ਹੋ ਰਹੇ ਆ 2023 ਦੇ ਵਿੱਚ। ਇਹਦਾ ਮਤਲਬ ਸਰਕਾਰ ਨੂੰ ਉਹਨਾਂ ਦੀ ਬਜਟ ਜਿਹੜੇ ਪੁਰਾਣੇ ਜਿਹੜੇ ਕਰਜ਼ੇ ਸੀ ਉਹਨਾਂ ਦੀ ਤਾਂ ਵਿਆਜ ਦੀ ਅਦਾਇਗੀ ਕਰਨੀ ਹੀ ਪਏਗੀ, ਨਾਲ ਉਹਨਾਂ ਦੀ ਰੀਪੇਮੈਂਟ ਜਿਹੜੀ ਹੈ ਉਹ ਵੀ ਜਿਹੜਾ ਕਿਉਂਕਿ ਮਿਆਦ ਖਤਮ ਹੋ ਰਹੀ ਹੈ 10 ਸਾਲ ਬਾਅਦ, ਤਾਂ ਉਹਨਾਂ ਨੂੰ ਮੋੜਨਾ ਪਏਗਾ। ਉਹ ਭਾਰ ਐਡੀਸ਼ਨਲ ਸਰਕਾਰ ਦੇ ਮੱਥੇ ਮੜਿਆ ਹੋਏਗਾ ਇਸ ਵੇਲੇ। ਦੂਜੀ ਗੱਲ, ਜਿਹੜੇ ਤੁਸੀਂ ਘਟਨਾਕ੍ਰਮਾਂ ਦੀ ਗੱਲ ਕੀਤੀ ਹੈ, ਹਾਂ ਜ਼ਰੂਰ ਇਦਾਂ ਦੇ ਕੁਝ ਘਟਨਾਕ੍ਰਮ 5-6 ਮਹੀਨੇ ਦੇ ਵਿੱਚ ਹੋਏ ਆ ਜਿਨ੍ਹਾਂ ਦਾ ਫਿਰ ਬਜਟ ਦੇ ਉੱਤੇ ਡੈਫੀਨੇਟਲੀ ਅਸਰ ਪਏਗਾ। ਵਰਲਡ ਬੈਂਕ ਦੀ ਰਿਪੋਰਟ ਆਈ, ਉਹਨੇ ਕਿਹਾ ਵੀ ਪਿਛਲੇ ਤਕਰੀਬਨ 3-4 ਮਹੀਨੇ ਪਹਿਲਾਂ ਉਹਨੇ ਕਿਹਾ ਵੀ 7 ਕਰੋੜ ਲੋਕ ਵਿਸ਼ਵ ਭਰ ਦੇ ਵਿੱਚ 7.1 ਕਰੋੜ ਲੋਕ ਵਿਸ਼ਵ ਭਰ ਦੇ ਵਿੱਚ ਗਰੀਬੀ ਰੇਖਾ ਤੋਂ ਥੱਲੇ ਚਲੇ ਗਏ, ਜਿਹਦੇ ਚੋਂ 5.5 ਕਰੋੜ ਲੋਕ ਜਿਹੜੇ ਨੇ ਤਕਰੀਬਨ ਉਹ ਹਿੰਦੁਸਤਾਨ ਦੇ ਵਿੱਚ ਗਏ ਆ। ਇਹਦਾ ਇੰਪੈਕਟ ਹੋਏਗਾ ਬਜਟ ਤੇ, ਜਿਹੜੇ ਵਿੱਤ ਮੰਤਰੀ ਹੋਣਗੇ ਉਹਨਾਂ ਦੇ ਉੱਤੇ ਇਸ ਚੀਜ਼ ਦਾ ਦਿਮਾਗੀ ਤੌਰ ਦੇ ਉੱਤੇ ਉਹਨਾਂ ਉੱਤੇ ਬਹੁਤ ਪ੍ਰੈਸ਼ਰ ਹੋਏਗਾ। ਦੂਸਰੀ ਚੀਜ਼ ਜਿਹੜੀ ਆਕਸਫਾਮ ਦੀ ਰਿਪੋਰਟ ਆਈ ਹੈ ਹੁਣੇ ਇਸੇ ਮਹੀਨੇ ਕੋਈ ਹਫਤਾ 10 ਦਿਨ ਪਹਿਲਾਂ, ਉਹ ਰਿਪੋਰਟ ਕਹਿੰਦੀ ਹੈ ਕਿ 1% ਲੋਕ ਜਿਹੜੇ ਨੇ ਹਿੰਦੁਸਤਾਨ ਦੇ ਵਿੱਚ ਉਹਨਾਂ ਕੋਲ ਮਲਕੀਅਤ ਜਿਹੜੀ ਹੈ ਟੋਟਲ ਸੰਪਤੀ ਦੀ ਉਹ 40.5% ਹੈ। ਇਸੇ ਦੇ ਨਾਲ ਉਹ ਇਸੇ ਰਿਪੋਰਟ ਦੇ ਵਿੱਚ ਫਿਰ ਲਿਖਿਆ ਵੀ ਜਿਹੜੇ ਰਈਸ ਹੈ 2020 ਤੋਂ ਲੈ ਕੇ 2022 ਦੇ ਵਿੱਚ ਹਰ ਮਿੰਟ ਉਹਨਾਂ ਨੇ 2.5 ਕਰੋੜ ਰੁਪਈਆ ਕਮਾਇਆ। ਹਰ ਮਿੰਟ, 1 ਮਿੰਟ ਦੇ ਵਿੱਚ ਉਹਨਾਂ ਨੇ 2.5 ਕਰੋੜ ਰੁਪਈਏ ਕਮਾਏ ਨੇ।
ਤੇ ਜਿੰਨੀ ਦੇਰ 'ਚ ਅਸੀਂ ਗੱਲਬਾਤ ਕਰ ਰਹੇ ਇੰਨੇ 'ਚ ਤਾਂ ਉਹ ਕਿਤੋਂ ਦੀ ਕਿਤੋਂ ਪਹੁੰਚ ਗਏ ਨੇ। ਇਸੇ ਤਰੀਕੇ ਦੇ ਨਾਲ ਜਿਹੜੇ ਥੱਲੇ ਵਾਲੇ ਲੋਕ ਨੇ, ਜਿਹੜੇ ਗਰੀਬੀ ਰੇਖਾ ਤੋਂ ਥੱਲੇ ਨੇ ਜਾਂ ਜਿਹੜੇ ਪਹਿਲਾਂ ਮਿਡਲ ਕਲਾਸ ਦੇ ਵਿੱਚ ਸੀਗੇ, ਉਹ ਗਰੀਬੀ ਰੇਖਾ ਦੇ ਵਿੱਚ ਖਿਸਕ ਗਏ ਨੇ। 19 ਕਰੋੜ ਲੋਕ ਜਿਹੜੇ ਪਹਿਲਾਂ ਗਰੀਬੀ ਰੇਖਾ ਤੋਂ ਥੱਲੇ ਸੀ, ਹੁਣ 35 ਕਰੋੜ ਹੋ ਗਏ ਆ 2 ਸਾਲ ਦੇ ਵਿੱਚ। ਤਾਂ ਡੈਫੀਨੇਟਲੀ ਇਹਨਾਂ ਚੀਜ਼ਾਂ ਦਾ ਜਿਹੜਾ ਇੰਪੈਕਟ ਬਜਟ ਦੇ ਉੱਤੇ ਹੁੰਦਾ, ਕੋਈ ਵੀ ਵਿੱਤ ਮੰਤਰੀ ਹੋਵੇ ਉਹਦੇ ਸਿਰ ਦੇ ਉੱਤੇ ਇਹਨਾਂ ਚੀਜ਼ਾਂ ਦਾ ਪ੍ਰੈਸ਼ਰ ਹੁੰਦਾ। ਇੱਕ ਲਾਸਟ ਚੀਜ਼ ਇਸੇ ਪਰਿਪੇਖ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਹਾਂ ਕਿ ਇੱਕ ਅੰਕੜਾ ਹੋਰ ਆਇਆ ਜੀ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ, ਹਿੰਦੁਸਤਾਨ ਦੀ NCRB ਦਾ। ਉਹ ਕਹਿੰਦੇ ਖੁਦਕੁਸ਼ੀਆਂ ਜਿਹੜੀਆਂ ਨੇ, ਜਿਹੜਾ ਖੁਦਕੁਸ਼ੀਆਂ ਦਾ ਪੱਧਰ ਹੈ, ਉਹ ਜਿਹੜਾ ਪਹਿਲਾਂ 2020-21 ਦੇ ਦੌਰਾਨ 1.53 ਲੱਖ ਯਾਨੀ 1.5 ਲੱਖ ਬੰਦਿਆਂ ਨੇ ਖੁਦਕੁਸ਼ੀਆਂ ਕੀਤੀਆਂ ਸਨ। ਐਤਕੀ 2021-22 ਦੇ ਵਿੱਚ ਉਹ ਨੰਬਰ ਜਿਹੜਾ ਵੱਧ ਕੇ 1.64 ਲੱਖ ਹੋ ਗਿਆ। ਤਾਂ ਦੇਖੋ ਨਾ ਜੀ, ਔਰ ਉਹਦੇ ਵਿੱਚ ਵੀ ਖੁਦਕੁਸ਼ੀਆਂ ਕਰਨ ਵਾਲੇ ਚ ਵੀ ਹਰ ਚੌਥਾ ਜਿਹੜਾ ਬੰਦਾ ਹੈ ਉਹ ਜਿਹੜਾ ਦਿਹਾੜੀਦਾਰ ਮਜ਼ਦੂਰ ਹੈ। ਤਾਂ ਉਹ ਕਿਉਂ ਕਰ ਰਿਹਾ ਖੁਦਕੁਸ਼ੀ? ਉਹ ਕਿਉਂ ਜਾਨ ਗਵਾਉਣ ਦੇ ਲਈ ਮਜਬੂਰ ਹੋ ਰਿਹਾ? ਕਿਉਂਕਿ ਉਹਦੇ ਕੋਲ ਨੌਕਰੀ ਨਹੀਂ ਹੈ, ਉਹਦੇ ਹੱਥ 'ਚ ਪੈਸਾ ਨਹੀਂ ਹੈ, ਉਹਨੂੰ ਮਹਿੰਗਾਈ ਮਾਰ ਰਹੀ ਹੈ, ਉਹਨੂੰ ਬਿਮਾਰੀ ਮਾਰ ਰਹੀ ਹੈ। ਤਾਂ ਇਹ ਚੀਜ਼ਾਂ ਦਾ ਪ੍ਰੈਸ਼ਰ ਜਿਹੜਾ ਹੈ ਕਿਤੇ ਨਾ ਕਿਤੇ ਵਿੱਤ ਮੰਤਰੀ ਦੇ ਜ਼ਰੂਰ ਸਿਰ ਤੇ ਹੋਏਗਾ। ਓਕੇ, ਤੁਸੀਂ ਫਾਈਨੈਂਸ ਮਿਨਿਸਟਰ ਸਾਹਿਬਾ ਦੀ ਗੱਲ ਕਰ ਰਹੇ ਹੋ। 2-3 ਵਾਰ ਤੁਸੀਂ ਇਸ ਗੱਲ ਨੂੰ ਕਿਹਾ ਕਿ ਉਹਨਾਂ ਦੇ ਸਿਰ ਦੇ ਉੱਤੇ ਬੋਝ ਹੈ, ਦਿਮਾਗ ਤੇ ਬੋਝ ਹੈ। ਕਿਸ ਗੱਲ ਦਾ ਬੋਝ ਹੈ? ਕੀ ਚੁਣੌਤੀਆਂ ਨੇ, ਕੀ ਚੈਲੰਜਸ ਨੇ ਜਿਹਦਾ ਬੋਝ ਪੈ ਗਿਆ? ਐਸਾ ਕੀ ਹੋਣ ਜਾ ਰਿਹਾ ਵੱਖਰਾ 2023 ਦਾ ਬਜਟ ਹੈ ਕਿ ਉਹਨਾਂ ਦੇ ਮਨ ਦੇ ਉੱਤੇ, ਦਿਮਾਗ ਦੇ ਉੱਤੇ ਬੋਝ ਪੈ ਗਿਆ? ਚੈਲੰਜਸ ਕੀ ਨੇ ਐਸੇ? ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਇੱਕ ਤਾਂ ਜਿਹੜੀ ਮੈਂ ਸੋਸ਼ਲ ਪੁਆਇੰਟ ਆਫ View ਤੋਂ ਗੱਲ ਕੀਤੀ ਨਾ, ਵੀ ਇਨਇਕੁਐਲਿਟੀ ਜਿਹੜੀ ਅਸਮਾਨਤਾ ਜਿਹੜੀ ਹੈ ਬਹੁਤ ਉੱਤੇ ਦੇ ਲੈਵਲ ਤੇ ਹੈ। ਲੋਕਾਂ ਦਾ ਖੁਦਕੁਸ਼ੀਆਂ ਕਰਨ ਦਾ ਪੱਧਰ ਵੱਧ ਗਿਆ ਹੈ। ਦੂਜਾ, ਜੇ ਅਸੀਂ ਇਹਨੂੰ ਮਾਲੀਏ ਵਾਲੇ ਪੱਖ ਤੇ ਦੇਖੀਏ, ਪੈਸਿਆਂ ਵਾਲੇ ਪੱਖ ਤੋਂ ਦੇਖੀਏ, ਤਾਂ ਉੱਥੇ ਵੀ ਉਹਨਾਂ ਦੇ ਲਈ ਸਮੱਸਿਆਵਾਂ ਨੇ। ਖੰਨਾ ਸਾਹਿਬ, ਹੋਇਆ ਕੀ ਹੈ, ਪਿਛਲੇ ਰੂਸ ਯੂਕਰੇਨ ਜੰਗ ਦੇ ਕਾਰਨ ਮਹਿੰਗਾਈ ਜਿਹੜੀ ਸੀ ਹੱਦੋਂ ਪਾਰ ਹੋ ਗਈ। ਅਸੀਂ ਦੇਖ ਰਹੇ ਹਾਂ, ਰੋਜ਼ ਦੇ ਰੋਜ਼ ਦੇਖਦੇ ਹਾਂ। ਅਸੀਂ ਕਈ ਵਾਰੀ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਚਰਚਾਵਾਂ ਕੀਤੀਆਂ ਨੇ ਮਹਿੰਗਾਈ ਨੂੰ ਲੈ ਕੇ। ਤਾਂ ਸਰਕਾਰ ਨੂੰ ਆਪਣੀ ਜੇਬ ਦੇ ਵਿੱਚੋਂ ਦੀ ਜ਼ਿਆਦਾ ਮਾਲੀਆ ਕੱਢਣਾ ਪਿਆ, ਜਾਂ ਜ਼ਿਆਦਾ ਜਿਹੜਾ ਖਰਚਾ ਉਹ ਕਰਨਾ ਪਿਆ। ਕਿਹੜੀ ਚੀਜ਼ਾਂ ਦੇ ਉੱਤੇ ਖਰਚਾ ਕਰਨਾ ਪਿਆ? ਅਸੀਂ ਦੇਖਿਆ ਵੀ ਜਦੋਂ ਤੇਲ ਦੇ ਰੇਟ $130 ਦੇ ਲਾਗੇ ਪਹੁੰਚ ਗਏ ਸੀ, ਸਰਕਾਰ ਨੂੰ ਜ਼ਿਆਦਾ ਪੇਮੈਂਟ ਕਰਨੀ ਪਈ। ਜਿਹੜਾ ਫਰਟੀਲਾਈਜ਼ਰ ਹੈਗਾ ਉਹਦੇ ਲਈ ਸਰਕਾਰ ਨੂੰ ਜ਼ਿਆਦਾ ਪੇਮੈਂਟ ਕਰਨੀ ਪਈ। ਜਿਹੜੀ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਜਿਹੜਾ ਦਿੱਤਾ ਸਰਕਾਰ ਨੇ, ਉਹਦੇ ਵਾਸਤੇ ਵੀ ਉਹ ਵੀ ਬਜਟ ਤੋਂ ਬਾਹਰ ਚਲੇ ਗਈਆਂ ਸੀ। ਤਾਂ ਸਰਕਾਰ ਨੂੰ 3.25 ਲੱਖ ਕਰੋੜ ਰੁਪਈਆ ਐਤਕੀ ਮਨਜ਼ੂਰੀ ਲੈਣੀ ਪਈ ਹੈ ਪਾਰਲੀਮੈਂਟ ਤੋਂ, ਵੀ ਅਸੀਂ ਹੋਰ ਜ਼ਿਆਦਾ ਖਰਚਾ ਕਰਾਂਗੇ। ਯਾਨੀ ਕਿ ਜਿਹੜਾ 39.5 ਲੱਖ ਕਰੋੜ ਦਾ ਪਿਛਲੀ ਵਾਰੀ ਸਰਕਾਰ ਨੇ ਮਿੱਥਿਆ ਸੀ, ਉਹਦੇ ਉੱਪਰ ਹੁਣ 43-44 ਲੱਖ ਕਰੋੜ ਰੁਪਈਆ ਜਿਹੜਾ ਹੈ ਉਹ ਸਰਕਾਰ ਦਾ ਬਜਟ ਬਣ ਗਿਆ। ਇੱਕ ਤਾਂ ਖਰਚਾ ਸਰਕਾਰ ਦਾ ਜ਼ਿਆਦਾ ਹੋ ਗਿਆ, ਜਿੰਨੀ ਜ਼ਰੂਰਤ ਸੀ ਉਸ ਤੋਂ ਜ਼ਿਆਦਾ ਹੋ ਗਿਆ। ਦੂਸਰੀ, ਜਿੰਨਾ ਸਰਕਾਰ ਨੇ ਮਿੱਥਿਆ ਸੀ। ਦੂਸਰੀ ਜਿਹੜੀ ਗੱਲ ਹੈ ਕਿ ਸਰਕਾਰ ਦੇ ਕੋਲ ਜਿਹੜਾ ਪੈਸਾ ਆਉਣਾ ਸੀ, ਮਾਲੀਆ ਆਉਣਾ ਸੀ, ਉਹ ਵੀ ਘਟ ਗਿਆ। ਉਹ ਘਟਿਆ ਕਿਉਂ ਖੰਨਾ ਸਾਹਿਬ? ਜਿਹੜਾ ਡਿਸਇਨਵੈਸਟਮੈਂਟ ਦਾ ਸਰਕਾਰ ਨੇ ਪ੍ਰੋਗਰਾਮ ਬਣਾਇਆ ਸੀ ਵੀ ਅਸੀਂ 65,000 ਕਰੋੜ ਰੁਪਈਆ ਡਿਸਇਨਵੈਸਟਮੈਂਟ ਕਰ ਲਾਂਗੇ, ਅਪਨਿਵੇਸ਼ ਕਰ ਲਾਂਗੇ, ਉਹ ਅਪਨਿਵੇਸ਼ ਦੇ ਵਿੱਚੋਂ ਸਰਕਾਰ ਨੂੰ ਸਿਵਾਏ LIC ਦੇ ਹੋਰ ਕੁਝ ਨਹੀਂ ਵਿਕਿਆ। IDBI ਬੈਂਕ ਨਹੀਂ ਮਿਲਿਆ, ਨਹੀਂ ਵਿਕਿਆ, ਭਾਰਤ ਪੈਟਰੋਲੀਅਮ ਨਹੀਂ ਵਿਕੀ, ਕਨਕੋਰਡ ਜਿਹੜੀ ਹੈ ਉਹ ਨਹੀਂ ਵਿਕੀ। ਜੋ ਅਦਾਰੇ ਸਰਕਾਰ ਨੇ ਸੋਚਿਆ ਸੀ ਵੀ ਅਸੀਂ ਵੇਚ ਲਾਂਗੇ ਔਰ ਪੈਸਾ ਜਿਹੜਾ ਇਕੱਠਾ ਕਰ ਲਾਂਗੇ, ਉਹ ਵੀ ਨਹੀਂ ਹੋਇਆ। ਤਾਂ ਇੱਕ ਪਾਸੇ ਤਾਂ ਸਰਕਾਰ ਨੂੰ ਖਰਚਾ ਜ਼ਿਆਦਾ ਕਰਨਾ ਪੈ ਗਿਆ, ਦੂਜੇ ਪਾਸੇ ਸਰਕਾਰ ਦਾ ਜਿਹੜਾ ਮਾਲੀਆ ਸੀ, ਜਿੱਥੋਂ ਪੈਸਾ ਆਉਣਾ ਸੀ, ਉਹ ਘਟ ਗਿਆ। ਤਾਂ ਸਰਕਾਰ ਇਸ ਕਰਕੇ ਮੈਂ ਕਿਹਾ ਵੀ ਉਹਨਾਂ ਦੇ ਸਿਰ ਦੇ ਉੱਤੇ ਡੈਫੀਨੇਟਲੀ ਬੋਝ ਹੈ। ਵੀ ਹੁਣ ਕਿੱਦਾਂ ਅੱਗੇ ਇਹ ਜਿਹੜਾ ਬਜਟ ਹੈ, ਇਹ ਜਿਹੜਾ ਚੋਣਾਂ ਤੋਂ ਪਹਿਲਾਂ ਦਾ ਆਖਰੀ ਬਜਟ ਹੈ, ਠੀਕ ਹੈ ਨਾ ਜੀ, ਅਗਲਾ ਵੋਟਾਂ ਨੇ ਕਾਊਂਟ ਆਣਾ। ਤਾਂ ਇਸ ਕਰਕੇ ਉਹਨਾਂ ਨੂੰ, ਲੋਕਾਂ ਨੂੰ ਵੀ ਖੁਸ਼ ਰੱਖਣਾ, ਵਿੱਤ ਮੰਤਰੀ ਨੂੰ, ਉਹਨਾਂ ਨੇ ਆਪਣਾ ਘਰ ਵੀ ਸਹੀ ਚਲਾਉਣਾ, ਉਹਨਾਂ ਨੇ ਇਹ ਵੀ ਦੇਖਣਾ ਵੀ ਸਾਡੇ ਕੋਲ ਪੈਸੇ ਕਿੰਨੇ ਆਉਂਦੇ, ਜਾਂ ਤਾਂ ਫਿਰ ਸਰਕਾਰ ਜਿਹੜੀ ਹੈ ਹੋਰ ਜ਼ਿਆਦਾ ਕਰਜ਼ੇ ਲੈ ਲਵੇ। ਆਲਰੇਡੀ ਸਰਕਾਰ ਦੇ ਸਿਰ ਦੇ ਉੱਤੇ 155 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਔਰ ਜੋ ਐਸਟੀਮੇਟਸ ਆ ਰਹੇ, ਜੋ ਅਖਬਾਰਾਂ ਤੋਂ ਪਤਾ ਲੱਗ ਰਿਹਾ, ਐਕਸਪਰਟਸ ਦੱਸ ਰਹੇ, ਉਹ ਕਹਿੰਦੇ ਕਿ ਸਰਕਾਰ ਐਤਕੀ 16 ਲੱਖ ਕਰੋੜ ਰੁਪਈਆ ਹੋਰ ਲੈ ਸਕਦੀ ਹੈ ਕਰਜ਼ਾ। ਯਾਨੀ ਕਿ 170 ਲੱਖ ਕਰੋੜ ਰੁਪਏ ਦਾ ਕਰਜ਼ਾ
ਸਾਡੇ ਸਿਰ ਤੇ ਹੋ ਜਾਏਗਾ। ਬਹੁਤ ਵੱਡਾ ਅਮਾਉਂਟ ਹੈ ਖੰਨਾ ਸਾਹਿਬ, ਇਹ ਕੋਈ ਛੋਟਾ ਅਮਾਉਂਟ ਨਹੀਂ ਹੈ। ਇਸ ਕਰਕੇ ਸਰਕਾਰ ਦੇ ਲਈ ਹਰ ਪਾਸੇ ਤੋਂ ਹਰ ਪੱਖੋਂ ਸਮੱਸਿਆਵਾਂ ਖੜੀਆਂ ਨੇ। ਦੇਖੋ ਗੱਲ ਇਹ ਹੈ ਕਿ ਜਿਹੜਾ ਇਹ ਕਰਜ਼ਾ ਹੈ ਇਹ ਵੀ ਸ਼ੁਕਰ ਹੈ ਰੱਬ ਦਾ ਕਿ ਅਸੀਂ ਇੰਡੀਆ ਦੇ ਅੰਦਰੋਂ ਹੀ ਲੈਂਦੇ ਹਾਂ, ਬਾਹਰੋਂ ਨਹੀਂ ਲੈਂਦੇ। ਜੇ ਬਾਹਰੋਂ ਲਿੱਤਾ ਹੁੰਦਾ ਤੇ ਫਿਰ ਤੇ ਹੋਰ ਜ਼ਿਆਦਾ ਪ੍ਰੈਸ਼ਰ ਪੈਣਾ ਸੀ। ਐਮ ਆਈ ਰਾਈਟ ਸਰ? ਬਿਲਕੁਲ ਠੀਕ ਹੈ। ਹੁਣ ਇਹਦੇ ਚ ਇੱਕ ਡਾਇਮੈਂਸ਼ਨ ਹੋਰ ਵੀ ਆਉਂਦੀ ਨਾ, ਜੇ ਸਰਕਾਰ ਕਰਜ਼ਾ ਨਹੀਂ ਲਏਗੀ ਤਾਂ ਫਿਰ ਕੀ ਕਰੇਗੀ? ਫਿਰ ਉਹ ਟੈਕਸ ਲਾਏਗੀ ਤੁਹਾਡੇ ਤੇ ਔਰ ਮੇਰੇ ਤੇ। ਉਹ ਟੈਕਸ ਦੀ ਰਿਆਇਤ ਨਹੀਂ ਦੇ ਸਕੇਗੀ। ਜਿਹੜੀਆਂ ਲੋਕ ਪੱਖੀ ਸਕੀਮਾਂ ਉਹ ਨਹੀਂ ਚਲਾ ਸਕੇਗੀ ਜੇ ਸਰਕਾਰ ਦੇ ਕੋਲ ਪੈਸੇ ਦੀ ਘਾਟ ਰਹੀ ਤਾਂ। ਲੋਕ ਪੱਖੀ ਸਕੀਮਾਂ ਰਹਿ ਵੀ ਕਿੰਨੀਆਂ ਗਈਆਂ ਨੇ, ਜ਼ਿਆਦਾਤਰ ਤੇ ਬੰਦ ਹੀ ਹੁੰਦੀਆਂ ਜਾ ਰਹੀਆਂ ਨੇ ਰਾਜੀਵ ਜੀ, ਕਿਉਂਕਿ ਸਬਸਿਡੀਜ਼ ਬੰਦ ਨੇ ਤੇ ਹੋਰ ਵੀ ਸਾਰੀਆਂ ਸਕੀਮਸ ਬੰਦ ਨੇ, ਕਿਉਂਕਿ ਅਸੀਂ ਨਕਲ ਕਰਦੇ ਹਾਂ ਫੋਰਨ ਕੰਟਰੀ ਦੀ ਕਿ ਫੋਰਨ ਕੰਟਰੀ ਦੇ ਵਿੱਚ ਕਿਹੜੀਆਂ ਫੈਸਿਲਿਟੀਜ਼ ਹੁੰਦੀਆਂ ਨੇ, ਅਸੀਂ ਉਹਨਾਂ ਦੀ ਨਕਲ ਤਾਂ ਕਰਦੇ ਹਾਂ, ਪਰ ਉੱਥੇ ਜਿਹੜੀਆਂ ਨਾਗਰਿਕ ਦੀ ਜ਼ਿੰਮੇਵਾਰੀ ਚੁੱਕਦੀਆਂ ਨੇ ਸਰਕਾਰਾਂ, ਉਹ ਜ਼ਿੰਮੇਵਾਰੀ ਕੌਣ ਚੁੱਕਦਾ ਪਿਆ ਭਾਰਤ ਦੇ ਵਿੱਚ? ਬਸ ਆਪਣੇ ਹੀ ਆਸਰੇ ਤੁਰੇ ਜਾਂਦੇ ਨੇ ਸਾਰੇ ਲੋਕ, ਰੱਬ ਦੇ ਹੀ ਆਸਰੇ ਤੁਰੇ ਜਾਂਦੇ ਨੇ ਸਭ ਲੋਕ, ਬਾਕੀ ਤੇ ਸਭ ਗੱਲਾਂ ਹੀ ਹੁੰਦੀਆਂ ਪਈਆਂ ਨੇ। ਔਰ ਹੁਣ ਇਲੈਕਸ਼ਨਸ ਆਉਣ ਵਾਲੀਆਂ ਨੇ, ਹੁਣ ਹੋਰ ਜ਼ਿਆਦਾ ਗੱਲਾਂ ਹੋਣਗੀਆਂ ਤਾਂ ਕਿ ਲੋਕਾਂ ਦੇ ਦਿਮਾਗ ਨੂੰ ਫਿਰ ਘੁਮਾਇਆ ਜਾਏ ਔਰ ਆਪਣੇ ਵੱਲ ਮੋੜਿਆ ਜਾਵੇ, ਫਿਰ ਤੋਂ ਇਲੈਕਸ਼ਨਸ ਜਿੱਤਣ ਵਾਸਤੇ ਹਰ ਹੀਲਾ ਵਰਤਿਆ ਜਾਏ। ਖੈਰ ਆਪਾਂ ਸਾਰੇ ਸਮਝਦੇ ਹਾਂ ਇਸ ਗੱਲ ਨੂੰ, ਜੋ ਕੁਝ ਵੀ ਹੁੰਦਾ ਹੈ ਸਾਡੀ ਭਾਰਤ ਦੀ ਰਾਜਨੀਤੀ ਦੇ ਵਿੱਚ, ਵੀ ਅੰਡਰਸਟੈਂਡ ਐਵਰੀਥਿੰਗ, ਕਿਉਂਕਿ ਨਿਊਜ਼ ਆਉਂਦੀਆਂ ਰਹਿੰਦੀਆਂ ਨੇ, ਰਿਪੋਰਟਸ ਆਉਂਦੀਆਂ ਰਹਿੰਦੀਆਂ ਨੇ ਔਰ ਅੰਦਰ ਦੀਆਂ ਖਬਰਾਂ ਵੀ ਪਹੁੰਚਦੀਆਂ ਰਹਿੰਦੀਆਂ ਨੇ। ਖੈਰ ਆਪਾਂ ਅੱਗੇ ਵਧਦੇ ਹਾਂ। ਤੁਸੀਂ ਇਹਦੇ 'ਚ ਗੱਲ ਕੀਤੀ ਹੈ ਕਿ ਕਰਜ਼ਿਆਂ ਦੀ, ਤੁਸੀਂ ਇਹਦੇ 'ਚ ਗੱਲ ਕੀਤੀ ਹੈ ਲੋਕ ਪੱਖੀ, ਲੋਕ ਹਿੱਤ। ਸੋ ਜੀ ਅਸੀਂ ਇਸ ਗੱਲ ਦੇ ਉੱਤੇ ਆਈਏ ਕਿ ਲੋਕ ਹਿੱਤ, ਲੋਕ ਪੱਖੀ, ਤੁਹਾਨੂੰ ਲੱਗਦਾ ਹੈ ਇਹ ਬਜਟ ਲੋਕ ਪੱਖੀ ਹੋਏਗਾ, ਲੋਕ ਹਿੱਤ ਹੋਏਗਾ ਕਿ ਆਮ ਲੋਕਾਂ ਨੂੰ ਵਾਕਈ ਕੁਝ ਮਿਲਣ ਜਾ ਰਿਹਾ, ਜਾਂ ਇਹ ਵੀ ਸਾਰਾ ਡਿਜ਼ਾਈਨ ਉਹੀ ਹੋਏਗਾ ਕਿ ਜੋ ਵੱਡੇ ਵੱਡੇ ਕਾਰਪੋਰੇਟਸ ਨੇ, ਬਿਜ਼ਨਸ ਹਾਊਸਿਸ ਨੇ, ਉਹਨਾਂ ਨੂੰ ਕਿੱਦਾਂ ਫਾਇਦਾ ਦਿੱਤਾ ਜਾਵੇ ਔਰ ਆਮ ਲੋਕਾਂ ਨੂੰ ਫਿਰ ਉਹੀ ਆਈ ਵਾਸ਼ ਕਰ ਦਿੱਤਾ ਜਾਵੇ ਸਿਰਫ ਗੱਲਾਂ ਦੇ ਜ਼ਰੀਏ ਕਿ ਆਹ ਹੋਣ ਜਾ ਰਿਹਾ, ਆਹ ਹੋਣ ਜਾ ਰਿਹਾ, ਤੇ ਫਿਰ ਉਹ ਸਕੀਮ ਤਾਂ ਕੋਈ ਵੀ ਪੂਰੀ ਨਹੀਂ ਹੁੰਦੀ। ਹਾਂ, ਜਿਹੜੀਆਂ ਕਾਰਪੋਰੇਟਸ ਦੇ ਨਾਲ ਤੇ ਵੱਡੇ ਵੱਡੇ ਬਿਜ਼ਨਸ ਘਰਾਣਿਆਂ ਦੇ ਨਾਲ ਜੁੜੀਆਂ ਹੋਈਆਂ ਸਕੀਮਸ ਨੇ ਉਹ ਜ਼ਰੂਰ ਪੂਰੀਆਂ ਹੁੰਦੀਆਂ ਨੇ, ਉਹਨਾਂ ਦੇ ਕਰਜ਼ੇ ਵੀ ਮੁਆਫ ਹੋ ਜਾਂਦੇ ਨੇ। ਕਿਸਾਨਾਂ ਦੇ ਕਰਜ਼ੇ ਵੀ ਮੁਆਫ ਨਹੀਂ ਹੁੰਦੇ, ਕਿਸਾਨ ਆਮ ਲੋਕਾਂ 'ਚ ਆਉਂਦੇ ਨੇ। ਸੋ ਕਈ ਕਿਸਾਨ ਕੈਪੀਟਲਿਸਟ ਵੀ ਨੇ, ਉਹ ਵੀ ਅਸੀਂ ਜਾਣਦੇ ਹਾਂ, ਕਿਉਂਕਿ ਭਾਰਤ ਦਾ ਸਟਰਕਚਰ ਇੱਦਾਂ ਦਾ ਹੋ ਚੁੱਕਾ ਹੈ, ਮਿਕਸਡ ਇਕੋਨਮੀ ਜਿਹਨੂੰ ਆਪਾਂ ਕਹਿੰਦੇ ਹਾਂ। ਸੋ ਕੁੱਲ ਮਿਲਾ ਕੇ ਮੈਂ ਪੁੱਛਣਾ ਇਹ ਚਾਹੁੰਦਾ ਕਿ ਜੋ ਆਮ ਲੋਕ ਨੇ ਸੜਕਾਂ ਤੇ ਸੁੱਤੇ ਹੋਏ ਨੇ, ਗਰੀਬੀ ਦੇ ਮਾਰੇ ਹੋਏ, ਗੁਰਬਤ ਦੇ ਮਾਰੇ ਹੋਏ, ਝੋਂਪੜ ਪੱਟੀਆਂ 'ਚ ਰਹਿੰਦੇ ਨੇ, ਬਦਬੂ ਵਾਲੇ ਇਲਾਕਿਆਂ 'ਚ ਜਿੱਥੇ ਬੰਦਾ ਖੜਾ ਨਹੀਂ ਹੋ ਸਕਦਾ, ਉੱਥੇ ਉਹ ਰਹਿੰਦੇ ਨੇ ਆਪਣੇ ਪਰਿਵਾਰਾਂ ਦੇ ਨਾਲ। ਪੀਣ ਦਾ ਪਾਣੀ ਨਹੀਂ, ਕੋਈ ਸੁੱਖ ਸੁਵਿਧਾ ਨਹੀਂ, ਗੱਲਾਂ ਨਾਲ ਸਭ ਕੁਝ ਮਿਲਦਾ ਪਿਆ ਪਰ ਪ੍ਰੈਕਟੀਕਲੀ ਗਰਾਊਂਡ ਰਿਐਲਿਟੀ ਦੇ ਵਿੱਚ ਉਹ ਸਭ ਚੀਜ਼ਾਂ ਨਹੀਂ। ਇੰਨੀਆਂ ਵੱਡੀਆਂ ਸਮੱਸਿਆਵਾਂ, ਕਿਉਂਕਿ ਇਕੋਨਮੀ ਦੇ ਨਾਲ ਜੁੜੀ ਹੋਈ ਹੈ ਇਹ ਸਾਰੀ ਗੱਲ ਬਜਟ ਦੀ। ਤਾਂ ਇਕੋਨਮੀ ਕੀ ਕਹੇਗੀ? ਜੋ ਆਮ ਲੋਕਾਂ ਦੇ ਜੀਵਨ ਦੀ ਇਕੋਨਮੀ, ਉਹ ਤਾਂ ਬਿਲਕੁਲ ਹਿੱਲੀ ਪਈ ਹੈ। ਗੁਰਬਤ ਦੇ ਮਾਰੇ ਹੋਏ ਲੋਕਾਂ ਵਾਸਤੇ ਕੀ ਮਿਲੇਗਾ ਇਹਦੇ ਵਿੱਚ ਰਾਜੀਵ ਜੀ? ਦੇਖੋ ਜੀ, ਸਰਕਾਰ ਦੀ ਕੋਸ਼ਿਸ਼ ਜ਼ਰੂਰ ਹੋਏਗੀ ਹਰ ਵਰਗ ਨੂੰ ਖੁਸ਼ ਕਰਨ ਦੀ। ਐਤਕੀ ਜੋ ਜਿੱਦਾਂ ਦੇ ਇਸ਼ਾਰੇ ਮਿਲ ਰਹੇ ਨੇ, ਜਿੱਦਾਂ ਵਿੱਤ ਮੰਤਰੀ ਨੇ ਕਿਹਾ ਕਿ ਮੈਂ ਆਪ ਮਿਡਲ ਕਲਾਸ ਤੋਂ ਆਉਣੀ ਹੈ, ਤਾਂ ਬੜਾ ਕਲੀਅਰ ਜਿਹਾ ਇੱਕ ਇਸ਼ਾਰਾ ਇੱਥੋਂ ਦੀ ਖੰਨਾ ਸਾਹਿਬ ਮਿਲਿਆ ਵੀ ਵਿੱਤ ਮੰਤਰੀ ਐਤਕੀ ਜਿਹੜਾ ਮਿਡਲ ਕਲਾਸ ਆ ਉਹਦੇ ਲਈ ਕੁਛ ਨਾ ਕੁਛ ਕਰਨ ਜਾ ਰਹੇ ਨੇ। ਤਾਂ ਇਹ ਪਹਿਲੀ ਚੀਜ਼ ਹੈ ਵੀ ਟੈਕਸ ਦੇ ਵਿੱਚ ਕੋਈ ਅਸੀਂ ਰਿਆਇਤਾਂ ਸਾਨੂੰ ਹੋ ਸਕਦਾ ਦੇਖਣ ਨੂੰ ਮਿਲ ਜਾਣ, ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ। ਸਿੱਧੇ ਦਾ ਮਤਲਬ ਹੈ ਵੀ ਜਿਹੜੀ 5 ਲੱਖ ਤੱਕ ਦੀ ਜਿਹੜੀ ਸੀਮਾ ਹੈ ਉਹਨੂੰ ਵਧਾ ਸਕਦੇ। 5 ਲੱਖ ਤੱਕ ਦੀ ਛੋਟ ਜਿਹੜੀ ਹੈ ਸਾਲਾਨਾ, ਜੇ ਕਿਸੇ ਦੀ ਤਨਖਾਹ ਜਿਹੜੀ ਆਮਦਨ ਹੈ ਉਹ 5 ਲੱਖ ਤੱਕ ਹੈ ਤਾਂ ਉਹਨੂੰ ਹੋ ਸਕਦਾ 6, 7, 8 ਤੱਕ ਲੈ ਜਾਣ। ਇੱਕ ਤਾਂ ਹੈ ਇਹ ਸਿੱਧੇ ਤੌਰ ਤੇ। ਜੇ ਸਿੱਧੇ ਤੌਰ ਤੇ ਨਹੀਂ ਕਰਦੇ ਤਾਂ ਉਹ ਹੋ ਸਕਦਾ ਵੀ ਜਿਹੜਾ ਵਿਆਜ ਆਉਂਦਾ ਲੋਕਾਂ ਨੂੰ ਬੈਂਕਾਂ ਦੇ ਵਿੱਚੋਂ, ਕਿਉਂਕਿ ਪਿਛਲੇ ਦਿਨੀ ਵਿਆਜ ਵਧੇ ਹੈ, ਤਾਂ ਤੁਹਾਡੀ ਵਿਆਜ ਦੇ ਉੱਤੇ ਜਿਹੜੀ ਆਮਦਨ ਹੋ ਰਹੀ ਹੈ ਉਹਨੂੰ ਵਧਾ ਦੇਣ। ਹਜੇ ਕੀ ਹੈ ਵੀ 10,000 ਤੋਂ ਉੱਤੇ ਵਾਲੀ ਆਮਦਨ ਦੇ ਉੱਤੇ ਟੈਕਸ ਲੱਗ ਜਾਂਦਾ, ਉਹਨੂੰ 10 ਤੋਂ 40 ਕਰ ਦੇਣ, 50 ਕਰ ਲੈਣ, 30 ਕਰ ਲੈਣ। ਤੇ ਸੀਨੀਅਰ ਸਿਟੀਜ਼ਨਸ ਦੇ ਲਈ ਇਸੇ ਤਰੀਕੇ ਦੀ ਆਮਦਨ ਨੂੰ 50 ਤੋਂ ਵਧਾ ਕੇ 70, ਉਹ 50,000 ਹੈ ਉਹਨੂੰ 70,000 ਕਰ ਲੈਣ, 75 ਕਰ ਲੈਣ, 1 ਲੱਖ ਕਰ ਲੈਣ। ਸਿੱਧੇ ਜਾਂ ਅਸਿੱਧੇ ਤੌਰ ਤੇ ਇੱਕ ਤਾਂ ਏਦਾਂ ਲੱਗਦਾ ਵੀ ਮਿਡਲ ਕਲਾਸ ਦੇ ਲਈ ਕੁਛ ਨਾ ਕੁਛ ਵਿੱਤ ਮੰਤਰੀ ਜ਼ਰੂਰ ਕਰਨਗੇ। ਇਸ ਦੇ ਨਾਲ ਹੀ ਦੂਜੀ ਗੱਲ ਜਿਹੜੀ ਹੈ, PM ਕਿਸਾਨ ਦੇ ਵਿੱਚ ਜਿਹੜੀ 6,000 ਰੁਪਏ ਤੱਕ ਦੀ ਆਉਂਦੀ ਹੈ ਕਿਸ਼ਤ, 2-2 ਹਜ਼ਾਰ ਦੀਆਂ 3 ਕਿਸ਼ਤਾਂ ਆਉਂਦੀਆਂ ਨੇ, 6,000 ਰੁਪਇਆ ਟੋਟਲ ਮਿਲਦਾ ਕਿਸਾਨਾਂ ਨੂੰ, ਜਿਹੜੇ ਤਕਰੀਬਨ 10 ਕਰੋੜ ਕਿਸਾਨ ਜਿਹੜੇ ਇਹਦੇ ਵਿੱਚ ਨੇ। ਤਾਂ ਹੋ ਸਕਦਾ ਉਹਨੂੰ 8,000 ਰੁਪਇਆ ਕਰ ਦੇਣ।
ਉਹਦੇ ਤੇ 2000 ਰੁਪਈਆ ਹੋਰ ਵੱਧ ਸਕਦਾ। ਇੱਕ ਕਿਸ਼ਤ ਜਿਹੜੀ ਹੁਣ 3 ਆਉਂਦੀਆਂ ਫਿਰ 4 ਆ ਜਾਣਗੀਆਂ। ਇੱਕ ਕਿਸਾਨਾਂ ਦੇ ਲਈ ਲੱਗਦਾ ਕਿ ਸਰਕਾਰ ਕੁਛ ਨਾ ਕੁਛ ਕਰੇਗੀ, ਕਿਉਂਕਿ ਪਿਛਲੇ ਦਿਨੀ ਕਿਸਾਨਾਂ ਰੂਰਲ ਏਰੀਆ ਜਿਹੜਾ ਹੈ ਸਾਡਾ, ਪੇਂਡੂ ਖੇਤਰ ਜਿਹੜਾ, ਉੱਥੋਂ ਦੀ ਡਿਮਾਂਡ ਨਹੀਂ ਆ ਰਹੀ। ਉੱਥੇ ਬੁਰਾ ਹਾਲ ਹੈ। ਜਦੋਂ ਪੇਂਡੂ ਖੇਤਰ ਚੋਂ ਮੰਗ ਨਹੀਂ ਹੋ ਰਹੀ ਤਾਂ ਜਿਹੜੀਆਂ ਕੰਪਨੀਆਂ ਨੇ ਵੱਡੀਆਂ, ਉਹਨਾਂ ਦੇ ਵੀ ਹੱਥ ਖੜੇ ਹੋ ਗਏ ਨੇ। ਤੀਸਰੀ ਚੀਜ਼ ਜਿਹੜੀ ਹੈ ਵੀ ਬੀਮਾ ਦਾ ਖੇਤਰ ਜਿਹੜਾ ਹੈ, ਉੱਥੇ ਵੀ ਇਦਾਂ ਹੋ ਸਕਦਾ ਵੀ ਬੀਮੇ ਨੂੰ ਖੋਲ ਦੇਣ। ਜਿੱਦਾਂ ਲਾਈਫ ਇੰਸ਼ੋਰੈਂਸ LIC ਜਿਹੜੀ ਹੈ ਸਿਰਫ ਹਜੇ ਤੱਕ ਜੀਵਨ ਬੀਮਾ ਕਰਦੀ ਹੈ, ਹੋ ਸਕਦਾ ਉਹ ਕੱਲ ਨੂੰ ਕਾਰਾਂ ਦੀ, ਗੱਡੀਆਂ ਦਾ, ਇਦਾਂ ਦੇ ਬੀਮੇ ਵੀ ਕਰਨਾ ਸ਼ੁਰੂ ਹੋ ਜਾਣ। ਐਂਡ ਸਾਰੀਆਂ ਕੰਪਨੀਆਂ ਨੂੰ ਕੋਈ ਲਾਈਫ ਵਾਲੀ ਜਿਹੜੀ ਕਾਰਾਂ ਤੇ ਗੱਡੀਆਂ ਦੀ ਕਰਦੀ ਹੈ, ਉਹ ਲਾਈਫ ਦਾ ਕਰਨਾ ਸ਼ੁਰੂ ਹੋ ਜੇ, ਲਾਈਫ ਵਾਲੀਆਂ ਕਾਰਾਂ ਗੱਡੀਆਂ ਦਾ। ਇਦਾਂ ਇੰਸ਼ੋਰੈਂਸ ਨੂੰ ਲੈ ਕੇ ਉਮੀਦ ਬਣ ਰਹੀ ਹੈ ਵੀ ਇੰਸ਼ੋਰੈਂਸ ਦੇ ਵਿੱਚ ਇੱਕ ਬਹੁਤ ਵੱਡੀ ਕੋਈ ਚੇਂਜ ਆ ਸਕਦੀ ਹੈ, ਐਲਾਨ ਹੋ ਸਕਦੇ। ਫਿਰ ਰੇਲਵੇ ਨੂੰ ਲੈ ਕੇ ਵੀ ਐਲਾਨ ਹੋ ਸਕਦੇ। ਰੇਲਵੇ ਦੇ ਵਿੱਚ ਕਿਉਂਕਿ 2 ਸਾਲ ਕਰੋਨਾ ਵੇਲੇ ਰੇਲਵੇ ਦੇ ਵਿੱਚ ਕੁਛ ਨਹੀਂ ਸੀ ਬਣਿਆ, ਰੇਲਵੇ ਠੱਪ ਹੋ ਗਈ ਸੀਗੀ, ਉਹਨਾਂ ਦੇ ਨੁਕਸਾਨ ਜਿਹੜੇ ਨੇ ਵੱਧ ਹੋ ਗਏ ਸੀ। ਤਾਂ ਰੇਲਵੇ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਸਕੀਮਾਂ ਜਿਹੜੀਆਂ ਨੇ ਘੜੀਆਂ ਜਾ ਸਕਦੀਆਂ ਨੇ। ਇਸੇ ਦੇ ਨਾਲ ਆਯੁਸ਼ਮਾਨ ਭਾਰਤ, ਜਿਹਦੇ ਵਿੱਚ ਹਜੇ ਲੋਕਾਂ ਦੀ ਸੰਖਿਆ ਘੱਟ ਹੈ, ਉਹਦਾ ਸਪੈਨ ਜਿਹੜਾ ਵਧਾਇਆ ਜਾ ਸਕਦਾ। ਜੇ ਹਜੇ ਇੱਕ ਸਰਟਨ ਲਿਮਿਟ ਵਾਲਿਆਂ ਨੂੰ ਇਦਾਂ ਕੀਤਾ ਜਾ ਸਕਦਾ ਵੀ ਜਿਨ੍ਹਾਂ ਦੀ ਤਨਖਾਹ ਜਿਹੜੀ ਹੈ ਜਾਂ ਆਮਦਨ ਜਿਹੜੀ ਹੈ ਇਸ ਲੈਵਲ ਤਾਂ 2 ਲੱਖ ਦੀ ਹੈ, 3 ਲੱਖ ਸਾਲਾਨਾ, ਉਹਨਾਂ ਨੂੰ ਹੋਰ ਇਹਦੇ ਅੰਡਰ 5 ਲੱਖ ਰੁਪਈਆ ਜਿਹੜਾ ਕਵਰ ਹੈ ਇੰਸ਼ੋਰੈਂਸ ਦਾ, ਉਹਦੇ ਅੰਡਰ ਲੈ ਕੇ ਆਇਆ ਜਾ ਸਕਦਾ ਆਯੁਸ਼ਮਾਨ ਭਾਰਤ 'ਚ, ਤਾਂ ਕਿ ਲੋਕ ਜਿਹੜੇ ਨੇ ਉਹਨਾਂ ਦੇ ਉੱਤੇ ਜਿਹੜਾ ਸਿਹਤ ਦਾ ਖਰਚਾ ਹੈ ਉਹ ਘਟਾਇਆ ਜਾ ਸਕੇ। ਫਿਰ ਇਸੇ ਤਰੀਕੇ ਦੇ ਨਾਲ ਜਿਹੜਾ ਸਨਅਤੀ ਖੇਤਰ ਹੈ, ਉੱਥੇ ਵੀ ਇੱਕ ਚੇਂਜ ਆ ਸਕਦੀ ਹੈ। ਜਿਹੜੀਆਂ ਫੈਕਟਰੀਆਂ ਨੇ ਇਹ ਕਿਉਂਕਿ ਰੁੜ ਗਈਆਂ ਨੇ, ਇਹਦੇ ਵਾਸਤੇ ਵੱਡੀਆਂ ਫੈਕਟਰੀਆਂ ਉਦੋਂ ਤੱਕ ਨਹੀਂ ਚੱਲਣਗੀਆਂ ਜਦ ਤੱਕ ਛੋਟੀਆਂ ਰਿਵਾਈਵ ਨਹੀਂ ਹੁੰਦੀਆਂ। ਤਾਂ ਹੋ ਸਕਦਾ ਸਰਕਾਰ ਜਿਹੜਾ ਛੋਟਾ ਫੈਕਟਰੀ ਹੈ, ਕਾਰਪੋਰੇਟ ਸੈਕਟਰ ਨੂੰ ਛੱਡ ਦਈਏ। ਕਾਰਪੋਰੇਟ ਲਈ ਤਾਂ ਚਲੋ ਉਹਨਾਂ ਦਾ ਸਾਰਾ ਸਾਲ ਹੀ ਕੰਮ, ਉਹਨਾਂ ਦਾ ਇੱਕ ਸੌਫਟ ਕਾਰਨਰ ਹੁੰਦਾ ਜਿਹਦੇ ਵਾਸਤੇ ਪੂਰਾ ਸਾਲ ਪਿਆ। ਲੇਕਿਨ ਬਜਟ ਦੇ ਵਿੱਚ ਜਿਹੜੀ ਡਾਇਰੈਕਟ ਕਿਸੇ ਤਰੀਕੇ ਦੀ ਸਬਸਿਡੀ ਹੈ, ਰਿਆਇਤ ਹੈ, ਉਹ ਛੋਟੀ ਇਕਾਈਆਂ ਨੂੰ ਮਿਲ ਸਕਦੀ ਹੈ। ਜੀ ਰਾਜੀਵ ਜੀ, ਐਕਸਪਰਟਸ 2 ਤਰ੍ਹਾਂ ਨਾਲ ਲੈਂਦੇ ਨੇ। ਇੱਕ ਤਾਂ ਆਪਾਂ ਕਹਿੰਦੇ ਡੈਮੋਕ੍ਰੇਸੀ ਜੋ ਹੈ ਉਹ ਮੈਜੋਰਿਟੀ ਦਾ ਰੂਲ ਹੈ, ਜਿਹੜੀ ਗਵਰਨਮੈਂਟ ਮੈਜੋਰਿਟੀ ਲੈ ਜਾਵੇ ਉਹਦੀ ਸੱਤਾ ਹੁੰਦੀ ਹੈ, ਜਿਹੜੀ ਪਾਰਟੀ ਮੈਜੋਰਿਟੀ 'ਚ ਹੋਵੇ। ਐਕਸਪਰਟ ਕਹਿੰਦੇ ਨੇ ਨਹੀਂ, ਇਹ ਮਾਈਨੋਰਿਟੀ ਦਾ ਰੂਲ ਹੈ, ਕਿਉਂਕਿ ਜਿਹੜੇ ਸੱਤਾ 'ਚ ਨੇ ਉਹ ਤਾਂ ਮਾਈਨੋਰਿਟੀ 'ਚ ਹੀ ਹੋਣਗੇ ਨਾ, ਕਿਉਂਕਿ ਮੈਜੋਰਿਟੀ ਦੇ ਵਿੱਚ ਤੇ ਜਨਤਾ ਹੁੰਦੀ ਹੈ ਹਮੇਸ਼ਾ, ਜਿਨ੍ਹਾਂ ਨੇ ਵੋਟਿੰਗ ਕੀਤੀ ਹੈ, ਕਿਉਂਕਿ ਜਨਤਾ ਦੀ ਗਿਣਤੀ ਜ਼ਿਆਦਾ ਹੈ। ਸੋ ਆਪਾਂ ਦੋਨੋਂ ਪੱਖਾਂ ਤੋਂ ਲੈ ਲੈਂਦੇ ਹਾਂ ਕਿ ਜਿਹਨੇ ਜ਼ਿਆਦਾ ਵੋਟਾਂ ਲਿੱਤੀਆਂ ਉਹ ਮੈਜੋਰਿਟੀ ਦੇ ਵਿੱਚ ਆ ਗਈ ਪੋਲੀਟੀਕਲ ਪਾਰਟੀ, ਔਰ ਉਹਨੇ ਸੱਤਾ ਬਣਾ ਲਈ, ਰੂਲਿੰਗ ਪਾਰਟੀ ਬਣ ਗਈ। ਪਰ ਇਹ ਮਾਈਨੋਰਿਟੀ ਦੀ ਗਵਰਨਮੈਂਟ ਹੈ, ਕਿਉਂਕਿ ਮੈਜੋਰਿਟੀ ਦੇ ਵਿੱਚ ਤਾਂ ਜਨਤਾ ਹੁੰਦੀ ਹੈ ਨਾ, ਜਿਹੜੀ ਰੂਲਿੰਗ ਪਾਰਟੀ ਨੂੰ ਬਿਠਾਉਂਦੀ ਹੈ ਸੱਤਾ ਦੇ ਵਿੱਚ। ਸੋ ਆਪਾਂ ਦੋਨੋਂ ਪੱਖਾਂ ਤੋਂ ਲੈਂਦੇ ਹਾਂ। ਆਈਡੀਅਲ ਬਜਟ ਕਿੱਦਾਂ ਦਾ ਹੋਣਾ ਚਾਹੀਦਾ ਹੈ ਜੋ ਇਸ ਵਕਤ ਭਾਰਤੀ ਜਨਤਾ ਪਾਰਟੀ ਨੂੰ ਪਾਸ ਕਰਨਾ ਚਾਹੀਦਾ ਹੈ, ਤਾਂ ਕਿ ਵਾਕਈ ਜੋ ਭਾਰਤ ਦੇ ਬਾਰੇ ਅਸੀਂ ਸੋਚਦੇ ਹਾਂ, ਤਰੱਕੀ ਕਰੀਏ, ਵਿਸ਼ਵ ਗੁਰੂ ਦਾ ਜੋ ਸੁਪਨਾ ਵੇਖਦੇ ਹਾਂ, ਆਈਡੀਅਲ ਬਜਟ ਕੀ ਹੋਣਾ ਚਾਹੀਦਾ ਹੈ ਅਕੋਰਡਿੰਗ ਟੂ ਯੂ? ਦੇਖੋ ਖੰਨਾ ਸਾਹਿਬ, ਸਵਾਲ ਬੜਾ ਔਖਾ ਹੈ, ਪਰ ਮੈਨੂੰ ਇਦਾਂ ਲੱਗਦਾ ਵੀ ਜੇ ਸਰਕਾਰ ਪਹਿਲਾਂ ਜਿਹੜਾ ਇੱਕ ਆਪ ਇਦਾਂ ਦੇ ਵਸੀਲੇ ਬਣਾਵੇ ਜਿਹਦੇ ਸਰਕਾਰ ਦੇ ਕੋਲ ਆਪਣੇ ਕੋਲ ਤਾਂ ਪੈਸਾ ਹੋਵੇ, ਆਪ ਤਾਂ ਕਰਜ਼ਿਆਂ 'ਚ ਨਾ ਡੁੱਬੀ ਹੋਵੇ। ਤੁਸੀਂ ਆਪਣਾ ਘਰ ਗਵਾ ਕੇ, ਖਰਾਬ ਕਰਕੇ ਲੋਕਾਂ ਦਾ ਘਰ ਸਵਾਰਦੇ ਪਏ ਹੋ। ਤੁਸੀਂ ਰਿਚ ਨੂੰ ਜਾਂ ਕਾਰਪੋਰੇਟਾਂ ਨੂੰ ਤੁਸੀਂ ਕਈ ਤਰ੍ਹਾਂ ਦੀਆਂ ਰਿਆਇਤਾਂ ਦਿੰਦੇ ਹੋ, ਆਪਣਾ ਘਰ ਗਵਾ ਕੇ ਤੁਸੀਂ ਆਪ ਰੁਪਈਏ ਮਗਰ 41 ਪੈਸੇ ਜਿਹੜੇ ਹੈ ਤੁਸੀਂ ਵਿਆਜ ਦੇ ਦਿੰਦੇ ਹੋ। ਤਾਂ ਮੈਨੂੰ ਇਦਾਂ ਲੱਗਦਾ ਵੀ ਸਰਕਾਰ ਨੂੰ ਆਹ ਜਿਹੜੀ ਪਾਲਿਸੀ ਇਹਨੂੰ ਛੱਡਣਾ ਪਏਗਾ ਇਸ ਵੇਲੇ, ਔਰ ਛੱਡਣਾ ਚਾਹੀਦਾ। ਟੈਕਸ ਲਾਵੇ। ਇਸ ਵੇਲੇ ਜਿਹੜੀ ਲੋੜ ਹੈ ਸਰਕਾਰ ਨੂੰ ਪੈਸੇ ਦੀ ਹੈ, ਜਾਂ ਤਾਂ ਪੈਸਾ ਸਰਕਾਰ ਦੇ ਕੋਲ ਕਰਜ਼ੇ ਤੋਂ ਆਊਗਾ, ਜਾਂ ਪੈਸਾ ਆਊਗਾ ਤੁਹਾਡੇ ਔਰ ਮੇਰੇ ਤੇ ਟੈਕਸ ਲਾ ਕੇ। ਹੋਰ ਤਾਂ ਸਰਕਾਰ ਦੇ ਕੋਲ ਕੋਈ ਵਸੀਲਾ ਹੈ ਨਹੀਂਗਾ। ਬੈਟਰ ਇਹ ਹੈ ਵੀ ਇਸ ਵੇਲੇ ਸਰਕਾਰ ਜਿਹੜੀ ਰਿਚ ਕਲਾਸ ਹੈ, ਐਲੀਟ ਕਲਾਸ ਹੈ, ਉਸ ਦੇ ਉੱਤੇ ਟੈਕਸ ਲਾਵੇ। ਜਿਨ੍ਹਾਂ ਦੀ ਇਨਕਮਸ ਇੰਨੀਆਂ ਵਧੀਆਂ 2020 ਤੋਂ ਲੈ ਕੇ 2022 ਤੱਕ, ਜਿਨ੍ਹਾਂ ਦਾ ਆਪਾਂ ਗੱਲ ਕੀਤਾ ਵੀ ਪਰ ਮਿੰਟ ਜਿਨ੍ਹਾਂ ਨੇ 2.5 ਕਰੋੜ ਰੁਪਈਆ ਕਮਾਇਆ, ਸਰਕਾਰ ਉਹਨਾਂ ਦੇ ਉੱਤੇ ਕਿਉਂ ਨਹੀਂ ਟੈਕਸ ਲਾਉਂਦੀ? ਤਾਂ ਪਹਿਲਾਂ ਤਾਂ ਉਹਨਾਂ ਦੇ ਉੱਤੇ ਟੈਕਸ ਲਾਉਣ ਦੀ ਸੋਚੇ। 1%, 2%, 3%, ਜਿੰਨਾ ਵੀ ਟੈਕਸ ਲਾਉਣਾ, ਸਭ ਤੋਂ ਪਹਿਲਾਂ ਤਾਂ ਸਟਾਰਟ ਉੱਥੋਂ ਕਰੇ ਸਰਕਾਰ, ਜੇ ਵਾਕਈ ਸੰਜੀਦਾ ਤਰੀਕੇ ਦੇ ਨਾਲ ਅਸੀਂ ਬਜਟ ਨੂੰ ਬਣਾਉਣਾ ਚਾਹੁੰਦੇ ਹਾਂ। ਹਾਂ, ਤੁਸੀਂ ਠੀਕ ਕਹਿ ਰਹੇ ਹੋ ਕਿ ਜੇ ਇਹ ਰਿਚ ਪੀਪਲ ਇਹਨਾਂ ਦੇ ਉੱਤੇ ਟੈਕਸ ਲਗਾ ਦਿੱਤਾ ਜਾਵੇ ਤਾਂ ਬਹੁਤ ਸਾਰਾ ਜੋ ਮਾਲੀਆ ਆ ਸਕਦਾ ਹੈ, ਗਵਰਨਮੈਂਟ ਦੇ ਖਜ਼ਾਨੇ ਦੇ ਵਿੱਚ ਬਹੁਤ ਪੈਸਾ ਆ ਸਕਦਾ ਹੈ, ਤਾਂ ਕਈ ਚੀਜ਼ਾਂ ਆਪਣੇ ਆਪ ਹੋਣੀਆਂ ਸ਼ੁਰੂ ਹੋ ਜਾਣਗੀਆਂ। ਕਿਉਂਕਿ
ਪੈਸੇ ਦੀ ਘਾਟ ਕਰਕੇ ਹੀ ਇਹ ਸਾਰੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ। ਜੀ ਰਾਜੀਵ। ਮਤਲਬ ਆਪਾਂ ਜਨਰਲ ਵੀ ਦੇਖੀਏ ਨਾ, ਹਰ ਜਗ੍ਹਾ ਦਾ ਉੱਤੇ ਤਾਂ ਏਕਾਧਿਕਾਰ ਹੋ ਰਹੇ ਨੇ, ਮੋਨੋਪੋਲੀਜ਼ ਬਣ ਰਹੀਆਂ ਨੇ। ਤੁਸੀਂ ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ ਚੀਜ਼ ਦੇ ਵਿੱਚ ਦੇਖੋ, ਮੋਨੋਪੋਲੀਜ਼ ਬਣ ਕੇ ਉੱਭਰ ਰਹੀਆਂ ਨੇ। ਤਾਂ ਜਿਹੜੇ ਇਸ ਮੋਨੋਪੋਲੀ ਨੂੰ ਤੋੜਨ ਦੀ ਲੋੜ ਹੈ, ਇਹਨਾਂ ਲੋਕਾਂ ਤੋਂ ਕੁਛ ਤਾਂ ਪੈਸਾ ਲਓ ਨਾ ਤੁਸੀਂ, ਨਹੀਂ ਤਾਂ ਇਹ ਜਿਹੜਾ ਪਾੜਾ ਹੈ ਇਹ ਹੋਰ ਵੱਧਦਾ ਜਾਏਗਾ। ਪਹਿਲੀ ਚੀਜ਼। ਦੂਸਰੀ ਚੀਜ਼ ਜਿਹੜੀ ਹੈ, ਜਿਹੜਾ ਪੈਸਾ ਸਰਕਾਰ ਦੇ ਕੋਲ ਆਉਂਦਾ ਹੈ ਉਹਨੂੰ ਕੈਪੀਟਲ ਐਕਸਪੈਂਡੀਚਰ ਦੇ ਤੌਰ ਤੇ ਉਹਨੂੰ ਲਾਵੇ। ਕੈਪੀਟਲ ਐਕਸਪੈਂਡੀਚਰ ਦਾ ਮਤਲਬ ਹੈ ਪੁਲ ਤੇ, ਸੜਕਾਂ ਤੇ, ਜਿਹੜੇ ਬਿਜਲੀ ਘਰ ਹੈ ਉਹਨਾਂ ਤੇ, ਸਿਹਤ ਤੇ, ਸਿੱਖਿਆ ਤੇ, ਇਹਨਾਂ ਦੇ ਉੱਤੇ ਪੈਸਾ ਲਗਾਵੇ ਸਰਕਾਰ। ਹੁਣ ਇਹਦੇ ਵਿੱਚ ਵੀ ਜੇ ਹੁਣ ਇੱਥੇ ਬੜਾ ਚੋਣ ਕਰਨੀ ਪਏਗੀ ਸਰਕਾਰ ਨੂੰ ਕਿ ਅਸੀਂ ਜਿਹੜਾ ਕੈਪੀਟਲ ਐਕਸਪੈਂਡੀਚਰ ਕਰਨਾ ਉਹ ਟੈਕਨੋਲੋਜੀ ਓਰੀਐਂਟਡ ਕਰਨਾ ਜਾਂ ਪੇਂਡੂ ਖੇਤਰ ਦੇ ਵਿੱਚ ਕਰੀਏ। ਤਾਂ ਮੇਰਾ ਵਿਚਾਰ ਹੈ ਵੀ ਸਰਕਾਰ ਪੇਂਡੂ ਖੇਤਰ ਦੇ ਵਿੱਚ ਜਾਵੇ, ਕੈਪੀਟਲ ਐਕਸਪੈਂਡੀਚਰ ਮਨਰੇਗਾ ਦੇ ਵਿੱਚ ਜ਼ਿਆਦਾ ਐਲੋਕੇਸ਼ਨਾਂ ਕਰੇ ਤਾਂ ਕਿ ਲੋਕਾਂ ਨੂੰ ਪੈਸੇ ਮਿਲਣ, ਉੱਥੋਂ ਮੰਗ ਜਨਰੇਟ ਹੋਵੇ। ਜਦ ਤੱਕ ਉੱਥੋਂ ਮੰਗ ਨਹੀਂ ਜਨਰੇਟ ਹੋਏਗੀ, ਤੁਸੀਂ ਜਿੰਨਾ ਮਰਜ਼ੀ ਪੈਸਾ ਭਾਵੇਂ ਮੰਗੀ ਚੱਲੋ ਔਰ ਲਾਈ ਚੱਲੋ, ਤੁਸੀਂ ਮੁਲਕ ਦਾ ਕੁਝ ਨਹੀਂ ਬਣਾ ਸਕਦੇ, ਲੋਕਾਂ ਦਾ ਕੁਝ ਨਹੀਂ ਬਣਾ ਸਕਦੇ। ਤਾਂ ਸਰਕਾਰ ਨੂੰ ਦੂਸਰੀ ਚੀਜ਼ ਜਿਹੜੀ ਹੈ ਵੀ ਰੂਰਲ ਪ੍ਰੋਜੈਕਟਸ ਦੇ ਉੱਤੇ, ਜਿਹੜਾ ਪੇਂਡੂ ਖੇਤਰ ਦੇ ਪ੍ਰੋਜੈਕਟ ਨੇ, ਕੋਈ ਸੜਕਾਂ ਦੇ ਉੱਤੇ, ਕੋਈ ਉੱਥੇ ਗਲੀ ਨਾਲੀਆਂ ਜਿਹੜੀਆਂ ਨੇ, ਟਾਇਲਟਸ ਦੇ ਉੱਤੇ, ਉਹ ਚੀਜ਼ਾਂ ਜਿਹੜੀਆਂ ਨੇ ਉੱਥੋਂ ਬਣਾਉਣੀਆਂ ਚਾਹੀਦੀਆਂ। ਉੱਥੇ ਹੁੰਦਾ ਕੀ ਹੈ ਵੀ ਉੱਥੇ ਦੇ ਲੋਕਲ ਠੇਕੇਦਾਰ ਨੇ, ਲੋਕਲ ਲੇਬਰ ਹੈ, ਉਹ ਦੋਨਾਂ ਦਾ ਕੰਮ ਸਰ ਜਾਂਦਾ, ਉੱਥੋਂ ਪੈਸੇ ਦੀ ਜਨਰੇਸ਼ਨ ਹੋ ਸਕਦੀ ਹੈ। ਐਗਜ਼ੈਕਟਲੀ। ਦੂਸਰਾ ਮੈਨੂੰ ਲੱਗਦਾ ਵੀ ਸਰਕਾਰ ਇਦਾਂ ਕਰੇ। ਤੀਸਰਾ ਜਿਹੜਾ ਮੈਨੂੰ ਲੱਗਦਾ ਵੀ ਸਰਕਾਰ ਜਿਹੜਾ ਸਮਾਲ ਸਕੇਲ ਸੈਕਟਰ ਹੈ, ਕਿਉਂਕਿ ਇਹ ਸਭ ਤੋਂ ਜ਼ਿਆਦਾ ਡਿਸਟਰੋਏ ਹੋਇਆ, ਚਾਹੇ ਉਹ 20 ਲੱਖ ਕਰੋੜ ਦਾ ਬਜਟ ਆਇਆ, ਸਰਕਾਰ ਦਾ ਪੈਕੇਜ ਆਇਆ ਜਾਂ ਸਰਕਾਰ ਨੇ ਮੋਰੇਟੋਰੀਅਮ ਦਿੱਤੇ ਨੇ, ਉਹ ਉਹਨਾਂ ਇਕਾਈਆਂ ਤੱਕ ਪਹੁੰਚੇ ਨੇ ਜਿਹੜੀਆਂ ਬਚ ਗਈਆਂ। ਜਿਹੜੀਆਂ ਇਕਾਈਆਂ ਡੈਡ ਹੋ ਗਈਆਂ, ਜਿਹੜੀਆਂ ਇਕਾਈਆਂ ਬੰਦ ਹੋ ਗਈਆਂ, ਉਹਨਾਂ ਦੇ ਵਾਸਤੇ ਸਰਕਾਰ ਦੀ ਕੋਈ ਸਕੀਮ ਨਹੀਂ ਸੀ ਆਈ। ਜਦਕਿ ਇਨਫਾਰਮਲ ਸੈਕਟਰ ਦੇ ਵਿੱਚ ਇਹ ਲੋਕ ਨੇ, ਇਹ ਇਕਾਈਆਂ ਨੇ ਜਿਹੜੀਆਂ ਨੌਕਰੀ, ਅਸੀਂ ਦੇਖਦੇ ਹਾਂ ਲੁਧਿਆਣੇ ਦੇ ਵਿੱਚ ਬਹੁਤ ਸਾਰੀਆਂ ਇਦਾਂ ਦੀਆਂ ਫੈਕਟਰੀਆਂ ਛੋਟੀਆਂ ਬੰਦ ਹੋ ਗਈਆਂ। ਇਸੇ ਤਰੀਕੇ ਨਾਲ ਅੰਮ੍ਰਿਤਸਰ, ਜਲੰਧਰ, ਛੋਟੀਆਂ ਇਕਾਈਆਂ ਜਿਹੜੀਆਂ 5-5, 7-7 ਬੰਦਿਆਂ ਨੂੰ ਨੌਕਰੀ ਦਿੰਦੀਆਂ ਸਨ, ਇਹ ਸਾਰੀਆਂ ਬੰਦ ਹੋ ਗਈਆਂ। ਜਦ ਤੱਕ ਤੁਸੀਂ ਇਹ ਨਹੀਂ ਕਰੋਗੇ, ਇਹੀ ਹਾਲ ਖੰਨਾ ਸਾਹਿਬ ਤਿਰੂਪੁਰ ਦੇ ਵਿੱਚ ਹੋਇਆ, ਤਾਮਿਲਨਾਡੂ ਦੇ ਵਿੱਚ ਇਹੀ ਹਾਲ ਜਿਹੜਾ ਗੁਜਰਾਤ ਦੇ ਵਿੱਚ ਹੋਇਆ। ਅਨਇੰਪਲੋਇਮੈਂਟ ਕਿਉਂ ਫੈਲੀ ਹੈ, ਕਿਉਂ ਇਹ ਬੇਤਹਾਸ਼ਾ ਬੇਰੁਜ਼ਗਾਰੀ ਫੈਲੀ ਹੈ? ਕਿਉਂਕਿ ਇਹ ਲੋਕ ਜਿਹੜੇ ਇਨਫਾਰਮਲ ਸੈਕਟਰ ਦੇ ਵਿੱਚ ਸੀਗੇ, ਇਹਨਾਂ ਦੀਆਂ ਨੌਕਰੀਆਂ ਗਈਆਂ ਨੇ, ਇਹਨਾਂ ਨੂੰ ਵਾਪਸ ਅਸੀਂ ਨੌਕਰੀ ਦੇ ਵਿੱਚ ਲੈ ਕੇ ਆਈਏ। ਇਹ ਸਰਕਾਰ ਕੋਈ ਇਦਾਂ ਦੇ ਕਦਮ ਜਿਹੜੇ ਉਹ ਚੁੱਕੇ, ਇਦਾਂ ਦੇ ਸਟੈਪਸ ਚੁੱਕੇ ਜਿਹਦੇ ਨਾਲ ਛੋਟੀਆਂ ਇਕਾਈਆਂ ਜਿਹੜੀਆਂ ਨੇ ਉਹ ਰਿਵਾਈਵ ਹੋਣ, ਜਿਹੜੀਆਂ ਬੰਦ ਹੋ ਗਈਆਂ ਸੀ ਉਹ ਖੁੱਲਣ। ਉਹਦੇ ਨਾਲ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ, ਮਨਰੇਗਾ ਦੇ ਉੱਤੇ ਲੋਡ ਘਟੇਗਾ, ਲੋਕ ਵਾਪਸ ਸ਼ਹਿਰਾਂ ਵੱਲ ਨੂੰ ਆਉਣਗੇ, ਪਿੰਡਾਂ ਦੇ ਵਿੱਚੋਂ ਦੀ ਐਗਰੀਕਲਚਰ ਜਿਹੜਾ ਹੈ ਉਹਦੇ ਉੱਤੇ ਬਰਡਨ ਘਟੇਗਾ। ਉਸ ਤੋਂ ਬਾਅਦ ਸਰਕਾਰ ਦੇ ਟੈਕਸਸ ਦੇ ਵਿੱਚ ਵੀ ਇਜ਼ਾਫਾ ਦੇਖਣ ਨੂੰ ਮਿਲੇਗਾ। ਤਾਂ ਜੇ ਇਸ ਤਰੀਕੇ ਦੇ ਨਾਲ ਔਰ ਜਿਹੜੀਆਂ ਛੋਟੀਆਂ ਇਕਾਈਆਂ ਨੇ ਇਹਨਾਂ ਨੂੰ ਕੰਪਲੀਮੈਂਟਰੀ ਬਣਾਇਆ ਜਾਵੇ ਵੱਡੀਆਂ ਇਕਾਈਆਂ ਦੇ ਨਾਲ, ਵੀ ਛੋਟੀਆਂ ਇਕਾਈਆਂ ਸਪਲਾਈ ਕਰਨ, ਉਹਨਾਂ ਨੂੰ ਕੰਪੀਟੀਸ਼ਨ ਨਹੀਂ, ਉਹਨਾਂ ਦਾ ਟੇਕ ਓਵਰ ਨਹੀਂ ਕਰਵਾਉਣਾ। ਅਸੀਂ ਇਹ ਨਹੀਂ ਹੈ ਕਿ ਇੱਕ ਵੱਡੀ ਇਕਾਈ ਆ ਕੇ ਛੋਟੀਆਂ ਇਕਾਈਆਂ ਨੂੰ ਖਾ ਜਾਵੇ, ਅਸੀਂ ਇਹ ਕੰਮ ਨਹੀਂ ਕਰਵਾਉਣਾ। ਅਸੀਂ ਛੋਟੀਆਂ ਨੂੰ ਵੀ ਜ਼ਿੰਦਾ ਰੱਖਣਾ ਔਰ ਛੋਟੀਆਂ ਨੂੰ ਉਹਨਾਂ ਦੀ ਕੰਪਲੀਮੈਂਟੈਰਿਟੀ ਬਣਾਈਏ, ਵੀ ਛੋਟੀਆਂ ਤੋਂ ਸਮਾਨ ਲੈ ਕੇ ਵੱਡੀਆਂ ਉਹਨੂੰ ਬਣਾਉਣ ਹੋਰ ਤਰੀਕੇ ਦੇ ਨਾਲ। ਫਿਰ ਜਿਹੜਾ ਸਾਡਾ ਮਾਡਲ ਬਣੇਗਾ, ਫਿਰ ਇਹ ਠੀਕ ਬਣ ਸਕਦਾ। ਓਕੇ, ਯਾਨੀ ਕਿ ਬਿਗ ਯੂਨਿਟਸ, ਸਮਾਲ ਯੂਨਿਟਸ ਸਭ ਮਿਲ ਕੇ ਚੱਲਣ, ਟੇਕਿੰਗ ਐਵਰੀਬਾਡੀ ਟੂਗੇਦਰ। ਜੇ ਇਸ ਤਰ੍ਹਾਂ ਅਸੀਂ ਚੱਲੀਏ ਤਾਂ ਹੀ ਇਹਨੂੰ ਅਸੀਂ ਕਹਿੰਦੇ ਆ ਖੰਨਾ ਸਾਹਿਬ ਇਨਕਲੂਸਿਵ ਡਿਵੈਲਪਮੈਂਟ। ਕੰਪੀਟੀਸ਼ਨ ਨਹੀਂ ਕਰਾਉਣਾ ਅਸੀਂ ਉਹਨਾਂ ਦੇ ਵਿੱਚ, ਆਪਸ ਚ ਉਹਨਾਂ ਦੇ ਵਿੱਚ ਮੁਕਾਬਲੇਬਾਜ਼ੀ ਨਹੀਂ ਹੋਣੀ ਚਾਹੀਦੀ। ਇਨਕਲੂਸਿਵ ਡਿਵੈਲਪਮੈਂਟ ਦੀ ਭਾਵਨਾ ਦੇ ਨਾਲ ਚੱਲੀਏ। ਇਨਕਲੂਸਿਵ ਡਿਵੈਲਪਮੈਂਟ, ਇਨਕਲੂਸਿਵ ਇਕੋਨੋਮੀ। ਸੋ ਅਸੀਂ ਸਭ ਨੂੰ ਨਾਲ ਲੈ ਕੇ ਚੱਲੀਏ। ਇੱਕ ਆਰਟ ਹੈ, ਕਲਾ ਹੈ। ਅਸੀਂ ਸਿਰਫ ਕਹਿੰਦੇ ਹੀ ਨਾ ਰਹੀਏ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ। ਪ੍ਰੈਕਟੀਕਲੀ ਇਹ ਹੋਣਾ ਚਾਹੀਦਾ, ਤਾਂ ਹੀ ਇਹ ਵਿਕਾਸ ਸੰਭਵ ਹੈ ਅਕੋਰਡਿੰਗ ਟੂ ਦ ਕੌਨਸਟੀਟਿਊਸ਼ਨ ਆਫ ਇੰਡੀਆ। ਕਿਉਂਕਿ ਭਾਰਤ ਦੇ ਸੰਵਿਧਾਨ ਨੂੰ ਮੁੱਖ ਰੱਖ ਕੇ ਜਦੋਂ ਆਪਾਂ ਚੱਲਦੇ ਹਾਂ ਤਾਂ ਸਭ ਦੇ ਹੱਕਾਂ ਦੀ ਰਾਖੀ ਹੋਣੀ ਚਾਹੀਦੀ ਹੈ ਔਰ ਇਹ ਗੌਰਮੈਂਟ ਦੀ ਜ਼ਿੰਮੇਵਾਰੀ ਹੈ। ਔਰ ਬਜਟ ਪਾਸ ਕਰਨ ਲੱਗਿਆਂ ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਜ਼ਰੂਰੀ ਹੈ। ਔਰ ਜਿੱਥੋਂ ਤੱਕ 2024 ਦੀਆਂ ਇਲੈਕਸ਼ਨਸ ਦਾ ਸਵਾਲ ਹੈ ਤਾਂ ਇਹ ਜ਼ਿੰਮੇਵਾਰੀ ਸਭ ਤੋਂ ਜ਼ਿਆਦਾ ਹੋ ਜਾਂਦੀ ਹੈ ਕਿ ਆਉਣ ਵਾਲੀਆਂ ਇਲੈਕਸ਼ਨਸ ਨੂੰ ਧਿਆਨ 'ਚ ਰੱਖ ਕੇ ਤੁਸੀਂ ਬਜਟ ਨੂੰ ਕਿੱਦਾਂ ਕੇਅਰਫੁਲੀ ਡਿਜ਼ਾਈਨ ਕਰਦੇ ਹੋ। ਅਤੇ ਗਰਾਊਂਡ ਰਿਐਲਿਟੀ ਇਹ ਉਹ ਹੁੰਦੀ ਹੈ ਕਿ ਇਸ ਬਜਟ ਨੂੰ ਪ੍ਰੈਕਟੀਕਲੀ ਤੁਸੀਂ ਲਾਗੂ ਕਰੋ ਔਰ ਸਾਰੀਆਂ ਜਮਾਤਾਂ ਨੂੰ, ਸਾਰੀਆਂ ਕੈਟਾਗਰੀਜ਼ ਨੂੰ, ਸਾਰੇ ਵਰਗਾਂ ਨੂੰ ਜੋ ਸਮਾਜ ਦੇ ਵਿੱਚ ਮੌਜੂਦ ਨੇ ਉਹਨਾਂ ਨੂੰ ਫਾਇਦਾ ਹੋਵੇ।
ਗਰੀਬੀ ਦੂਰ ਹੋਵੇ, ਭੁੱਖਮਰੀ ਦੂਰ ਹੋਵੇ ਔਰ ਵਾਕਈ ਸਭ ਦੀ ਜ਼ਿੰਦਗੀ ਜਿਹੜੀ ਹੈ ਸੁੱਖ ਸ਼ਾਂਤੀ ਵਾਲੀ ਹੋਵੇ, ਜਿਹਦੇ ਵਿੱਚ ਸਭ ਨੂੰ ਇੱਜ਼ਤ ਵੀ ਮਿਲੇ ਤੇ ਚੰਗਾ ਖਾਣਾ ਵੀ ਮਿਲੇ, ਰੋਜ਼ਗਾਰ ਵੀ ਮਿਲੇ, ਪੂਰੀ ਤਰ੍ਹਾਂ ਨਾਲ ਵਿਕਸਿਤ ਹੋਵੇ ਹਰ ਇਨਸਾਨ ਦਾ ਜੀਵਨ ਵੀ ਔਰ ਦੇਸ਼ ਵੀ। ਬਹੁਤ ਬਹੁਤ ਸ਼ੁਕਰੀਆ ਰਾਜੀਵ ਜੀ, ਤੁਸੀਂ ਇਸ ਸਬਜੈਕਟ ਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ ਔਰ ਆਪਣੀ ਖੋਜ, ਆਪਣੀ ਰਿਸਰਚ ਸਾਂਝੀ ਕੀਤੀ। ਥੈਂਕ ਯੂ ਸੋ ਮਚ ਰਾਜੀਵ ਜੀ। ਥੈਂਕ ਯੂ ਜੀ, ਥੈਂਕ ਯੂ ਖੰਨਾ ਸਾਹਿਬ, ਥੈਂਕ ਯੂ। ਅਸੀਂ ਆਪਣੇ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਕਰਨਾ ਚਾਹਾਂਗੇ ਕਿ ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ, ਸਾਡਾ ਚੈਨਲ ਸਬਸਕ੍ਰਾਈਬ ਕਰੋ ਪੰਜਾਬ ਮੇਲ USA TV ਤੇ ਆਪਣੇ ਫਰੈਂਡਸ ਦੇ ਨਾਲ ਵੀ ਸ਼ੇਅਰ ਕਰੋ। ਸਤਿ ਸ਼੍ਰੀ ਅਕਾਲ।